ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਵੀਰਵਾਰ ਨੂੰ ਸਰ ਹਰਜੀਤ ਸਿੰਘ ਜੀ ਦੇ ਸਿੱਖ ਇਤਿਹਾਸ ਦੇ ਬੜੇ ਅਹਿਮ ਜੋ ਪੱਤਰੇ ਨੇ, ਖਾਸ ਕਰਕੇ ਜਿਹੜੇ ਸਿੰਘ ਸਭਾ ਲਹਿਰ ਤੋਂ ਸ਼ੁਰੂ ਹੋਇਆ ਸੀ ਔਰ 1947 ਤੱਕ ਜਿਹੜੀਆਂ ਘਟਨਾਵਾਂ ਹੋਈਆਂ ਉਹ ਅਸੀਂ ਪਿਛਲੇ ਹਫ਼ਤੇ ਤੱਕ ਸੁਣ ਚੁੱਕੇ ਹਾਂ। ਅੱਜ 1947 ਤੋਂ ਬਾਅਦ ਜਿਹੜਾ ਘਟਨਾਕ੍ਰਮ ਹੋਇਆ ਹੈ ਤੇ ਜਿਹੜੇ ਉਤਰਾਅ ਚੜਾਅ ਆਏ ਨੇ, ਕਿਉਂਕਿ ਇਹ ਇੱਕ ਐਸਾ ਸਮਾਂ ਹੈ ਜਿਹਦੇ 'ਚ ਜਦ ਸਿੰਘ ਸਭਾ ਲਹਿਰ ਆਪਣੇ ਸਿਖਰਾਂ ਤੇ ਸੀ ਤਾਂ ਬੜੀਆਂ ਜਿਹੜੀਆਂ ਨੇ ਸੁਧਾਈਆਂ ਹੋਈਆਂ ਸਾਡੇ ਹਰ ਇੱਕ ਕੰਮਕਾਰ ਵਿੱਚ। ਪਰੰਤੂ ਸਮਾਂ ਪੈਂਦੇ ਪੈਂਦੇ ਹੁਣ ਅਸੀਂ ਫਿਰ ਕਿੱਥੇ ਪਹੁੰਚ ਗਏ ਹਾਂ ਕਿ ਸਾਰੀ ਘਟਨਾਕ੍ਰਮ ਜਿਹੜਾ 1947 ਤੋਂ ਲੈ ਕੇ ਹੁਣ ਤੱਕ ਇਹਨਾਂ 75 ਸਾਲਾਂ 'ਚ ਸਾਨੂੰ ਬਹੁਤ ਸਾਰੇ ਉਤਰਾਅ ਚੜਾਅ ਆਏ ਨੇ ਔਰ ਮੈਨੂੰ ਖਿਮਾ ਕਰਨਾ ਵੀ ਕਾਫੀ ਸਾਰੀਆਂ ਜਿਹੜੀਆਂ ਨੇ ਉਹ ਕਮਜ਼ੋਰੀਆਂ ਤੇ ਮਨਮਤਾਂ ਦੇ ਪ੍ਰਭਾਵ ਸਾਡੇ ਤੇ ਪੈ ਗਏ। ਤੋ ਉਹਦਾ ਜਿਹੜਾ ਘਟਨਾਕ੍ਰਮ ਹੈ ਉਹ ਜਿਸ ਤਰ੍ਹਾਂ ਪਹਿਲੇ 47 ਤੋਂ ਪਹਿਲਾਂ ਉਹਨਾਂ ਨੇ ਬਿਲਕੁਲ ਸ੍ਰੀਆਟਮ ਦੱਸਿਆ ਸੀਗਾ, ਅੱਜ ਉਹ 47 ਤੋਂ ਬਾਅਦ ਅਗਲਾ ਸ਼ੁਰੂ ਕਰਨਗੇ। ਤੋ ਉਹਨਾਂ ਨੂੰ ਬੇਨਤੀ ਵੀਰ ਹਰਜੀਤ ਸਿੰਘ ਜੀ ਨੂੰ ਜੋ ਕਿਰਪਾ ਕਰਕੇ ਪ੍ਰਾਰੰਭ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਨਮਾਨਯੋਗ ਗੁਰੂ ਸਵਾਰਿਓ, ਇਤਿਹਾਸ ਦੇ ਉਹ ਪੰਨੇ ਜਿਨ੍ਹਾਂ ਵਿੱਚ ਸਿੱਖ ਰਵਾਇਤਾਂ, ਸਿੱਖ ਲੀਡਰਾਂ ਦਾ ਕਿਰਦਾਰ, ਇਹ ਕੁਝ ਵਿਚਾਰਾਂ ਅਸੀਂ ਪਹਿਲਾਂ ਆਪ ਜੀ ਦੇ ਨਾਲ ਕਰ ਚੁੱਕੇ ਹਾਂ। ਮਾਫੀ ਚਾਹੁੰਦਾ ਹਾਂ ਕਿ ਪਿਛਲੇ ਹਫ਼ਤੇ ਤੱਕ ਅਸੀਂ 1937 ਤੱਕ ਆਲਮੋਸਟ ਇਤਿਹਾਸ ਕੀਤਾ ਸੀ। ਕੁਝ ਇਤਿਹਾਸ ਉਹਦੇ ਚੋਂ ਬਾਕੀ ਹੈ। 1947 ਤੋਂ ਪਹਿਲਾਂ ਸਾਡੇ ਨਾਲ ਕੀ ਵਾਅਦੇ ਕੀਤੇ ਗਏ, ਕੀ ਕੁਝ ਹੋਇਆ, ਭਾਰਤ ਦੇ ਆਗੂਆਂ ਨੇ ਕਿਵੇਂ ਸਿੱਖਾਂ ਨੂੰ ਆਪਣੇ ਝਾਂਸੇ 'ਚ ਲਿਆ, ਇਹ ਜ਼ਰੂਰੀ ਚੀਜ਼ਾਂ ਹਨ ਜਿਹੜੀਆਂ ਸਾਡੀ ਜਾਣਕਾਰੀ 'ਚ ਹੋਣੀਆਂ ਚਾਹੀਦੀਆਂ ਹਨ। ਮਹਾਤਮਾ ਗਾਂਧੀ ਦਾ, ਮੋਹਨਦਾਸ ਕਰਮਚੰਦ ਗਾਂਧੀ, ਜਦੋਂ ਮਹਾਤਮਾ ਗਾਂਧੀ ਕਿਹਾ ਜਾਂਦਾ ਹੈ, ਉਸ ਵੇਲੇ ਦੇ ਲੇਖਕਾਂ ਨੇ ਜੋ ਰੂਲ ਲਿਖਿਆ ਹੈ ਉਹਦੀ ਜਾਣਕਾਰੀ ਹੋਣੀ ਵੀ ਸਾਨੂੰ ਜ਼ਰੂਰੀ ਹੈ। ਮਹਾਤਮਾ ਗਾਂਧੀ ਦੇ ਸੰਬੰਧ ਵਿੱਚ ਜਦੋਂ ਅਸੀਂ ਵਿਚਾਰਾਂ ਪੜ੍ਹਦੇ ਹਾਂ ਤਾਂ 1921 ਵਿੱਚ ਜਦੋਂ ਨਨਕਾਣਾ ਸਾਹਿਬ ਦੇ ਕਤਲੇਆਮ ਬਾਰੇ ਮਹਾਤਮਾ ਗਾਂਧੀ ਨੂੰ ਖਬਰ ਮਿਲੀ ਤਾਂ ਉਹਦੇ ਵਿਚਾਰ ਜਿਹੜੇ ਕੋਈ ਸਿੱਖਾਂ ਦੇ ਹੱਕ ਵਿੱਚ ਨਹੀਂ ਸਨ। ਉਸਦੇ ਬਿਆਨਾਂ ਦੇ ਵਿੱਚੋਂ ਇੱਕ ਗੱਲ ਸਪਸ਼ਟ ਤੌਰ ਤੇ ਨਜ਼ਰ ਆਉਂਦੀ ਹੈ ਕਿ ਉਹਦੀ ਹਮਦਰਦੀ ਮਹੰਤਾਂ ਤੇ ਉਦਾਸੀਆਂ ਦੇ ਨਾਲ ਸੀ। ਇੱਥੋਂ ਤੱਕ ਵੀ ਉਹਨਾਂ ਨੇ ਗੱਲ ਕੀਤੀ ਕਿ ਸਿੱਖਾਂ ਨੂੰ ਚਾਹੀਦਾ ਹੈ ਕਿ ਸਿੱਖ ਗੁਰਦੁਆਰਾ ਸੁਧਾਰ ਲਹਿਰ ਬੰਦ ਕਰ ਦੇਣ ਤੇ ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਹਿੱਸਾ ਪਾਉਣ। ਇਹਦਾ ਮਤਲਬ ਵੀ ਸਪਸ਼ਟ ਸੀ ਕਿ ਉਹ ਮਹੰਤਾਂ ਦੀ ਪਿੱਠ ਪੂਰਨੀ ਚਾਹੁੰਦੇ ਸਨ। ਕਿਉਂਕਿ ਇੱਕ ਗੱਲ ਮੈਂ ਇੱਥੇ ਕਰਨੀ ਜ਼ਰੂਰੀ ਸਮਝਦਾ ਹਾਂ, ਹੁਕੂਮਤਾਂ ਕੋਈ ਵੀ ਹੋਣ, ਆਗੂ ਕੋਈ ਵੀ ਹੋਣ, ਉਹਨਾਂ ਦੇ ਦਿਮਾਗ ਵਿੱਚ ਇੱਕ ਗੱਲ ਬੜੀ ਕਲੀਅਰ ਹੈ ਕਿ ਅਗਰ ਸਿੱਖ ਆਪਣੇ ਸਿਧਾਂਤਾਂ ਦੇ ਉੱਤੇ ਪਹਿਰਾ ਦੇਣਗੇ, ਧਰਮ ਨਾਲ ਜੁੜ ਜਾਣਗੇ, ਆਪਣੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਰਹਿਣਗੇ, ਫਿਰ ਇਹਨਾਂ ਨੂੰ ਗੁਲਾਮ ਬਣਾ ਕੇ ਰੱਖਣਾ ਬੜਾ ਔਖਾ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਇੱਕ ਆਜ਼ਾਦ ਵਿਚਾਰਧਾਰਾ ਹੈ।
ਇੱਕ ਰੱਬੀ ਬੋਲ ਹਨ, ਉਸ ਕਰਤਾਰ ਦੇ ਘਰ ਦੇ ਆਏ ਹੋਏ ਬੋਲ ਹਨ, ਜਿੱਥੇ ਹਰ ਬੰਦੇ ਨੂੰ ਜੀਣ ਦਾ ਹੱਕ ਦਿੱਤਾ ਗਿਆ ਹੈ। ਜਿਸ ਵਿਚਾਰਧਾਰਾ ਵਿੱਚ ਬਰਾਬਰਤਾ, ਜਿਸ ਵਿਚਾਰਧਾਰਾ ਵਿੱਚ ਆਰਥਿਕ, ਸਮਾਜਿਕ, ਰਾਜਨੀਤਿਕ ਹਰ ਤਰ੍ਹਾਂ ਦੀ ਬਰਾਬਰ ਦੀ ਵਿਚਾਰਧਾਰਾ ਦੀ ਗੱਲ ਕੀਤੀ ਗਈ ਹੈ। ਮਨੁੱਖ ਦੇ ਨਿੱਜੀ ਜੀਵਨ ਤੋਂ ਲੈ ਕੇ ਮਨੁੱਖ ਦੇ ਪਰਿਵਾਰਕ ਜੀਵਨ ਦਾ, ਸਮਾਜ ਦਾ, ਆਰਥਿਕ ਜੀਵਨ ਦਾ, ਰਾਜਨੀਤਿਕ ਜੀਵਨ ਦਾ, ਇਹ ਸਾਰੇ ਪਹਿਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੂਰੀ ਤਰ੍ਹਾਂ ਬਿਆਨ ਕੀਤੇ ਗਏ ਹਨ। ਪਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਿਧਾਂਤਾਂ ਨੂੰ ਪੜ੍ਹ ਕੇ ਸਿੱਖ ਅੰਦਰ ਜਾਗਦੀ ਆਉਂਦੀ ਹੈ, ਤਾਂ ਫਿਰ ਉਹਨੂੰ ਗੁਲਾਮ ਬਣਾ ਕੇ ਰੱਖਣਾ ਬੜਾ ਔਖਾ ਹੁੰਦਾ ਹੈ। ਜਿਹੜੀ ਵੀ ਹਕੂਮਤ ਆਈ ਗੁਰੂ ਨਾਨਕ ਪਾਤਸ਼ਾਹ, ਗੁਰੂ ਨਾਨਕ ਕਾਲ ਤੋਂ ਆਪਾਂ ਦੇਖਦੇ ਹਾਂ, ਉਹਨਾਂ ਨੇ ਸਿੱਖ ਵਿਚਾਰਧਾਰਾ ਨੂੰ ਦਬਾਉਣ ਦਾ ਹੀ ਯਤਨ ਕੀਤਾ। ਬਾਬਰ ਸੀ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਦੋਂ ਉਹਨੂੰ ਜਾਬਰ ਕਿਹਾ ਤਾਂ ਇਸ ਵਿਚਾਰਧਾਰਾ ਨੂੰ ਬੰਦ ਕਰਨ ਦੇ ਲਈ ਗੁਰੂ ਨਾਨਕ ਪਾਤਸ਼ਾਹ ਨੂੰ ਜੇਲ੍ਹ ਵਿੱਚ ਸੁੱਟਿਆ ਗਿਆ। ਹਮਾਜੂ ਨੇ ਆ ਕੇ ਤਲਵਾਰ ਚੁੱਕੀ ਗੁਰੂ ਅੰਗਦ ਦੇਵ ਮਹਾਰਾਜ ਦੇ ਉੱਤੇ, ਔਰ ਅਕਬਰ ਦੇ ਪਾਸ ਸ਼ਿਕਾਇਤਾਂ ਗਈਆਂ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਦੀਆਂ, ਪਰ ਕਿਉਂਕਿ ਅਕਬਰ ਥੋੜਾ ਜਿਹਾ ਨੀਤੀਵਾਨ ਸੀ ਜਾਂ ਇਹ ਧਰਮ ਨਿਰਪੱਖ ਦੀ ਵਿਚਾਰ ਰੱਖਦਾ ਸੀ, ਜਦੋਂ ਗੁਰੂ ਭਾਈ ਜੇਠਾ ਜੀ ਨੇ ਜਾ ਕੇ ਸਿੱਖੀ ਦਾ ਮਤ ਦੱਸਿਆ ਤਾਂ ਆਪ ਚੱਲ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਇਆ। ਜਦੋਂ ਇੱਥੇ ਆ ਕੇ ਦੇਖਿਆ, ਸਿੱਖੀ ਦੀ ਵਿਚਾਰਧਾਰਾ ਨੂੰ ਵੇਖਿਆ, ਇਸ ਦੇ ਨਿਵੇਕਲਾ ਤੇ ਨਿਆਰਵਤਾ ਨੂੰ ਵੇਖਿਆ, ਮਨੁੱਖਤਾ ਦੀ ਸਰਬ ਸਾਂਝੀ ਵਾਲਤਾ ਦੀ ਗੱਲ ਸੁਣੀ, ਤਾਂ ਅਕਬਰ ਦਾ ਸਿਰ ਜਿਹੜਾ ਸੀ ਝੁਕਿਆ। ਹਾਲਾਂਕਿ ਅਕਬਰ ਦੇ ਨਾਲ ਜਿਹੜਾ ਬੀਰਬਲ, ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜਿਹਨੂੰ ਮਹੇਸ਼ ਦਾਸ ਕਿਹਾ, ਮਹੇਸ਼ ਦਾਸ ਇਹਦਾ ਨਾਮ ਹੈ, ਜਿਹੜਾ ਉੱਚ ਜਾਤੀ ਬ੍ਰਾਹਮਣ ਸ਼੍ਰੇਣੀ ਵਿੱਚੋਂ ਹੈ, ਇਸ ਨੇ ਇਸ ਗੱਲ ਦੀ ਵਿਰੋਧਤਾ ਵੀ ਕੀਤੀ। ਉਹ ਵਿਰੋਧਤਾ ਹੀ ਬਾਅਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਂਦੀ ਹੈ। ਇਹ ਸਿੱਖੀ ਸਿਧਾਂਤਾਂ ਦੀ ਜਦੋਂ ਗੱਲ ਆਉਂਦੀ ਹੈ, ਇਸ ਵਿਚਾਰਧਾਰਾ ਨੂੰ ਦੱਬੇ ਤੇ ਦਬਾ ਕੇ ਰੱਖਣ ਲਈ ਹੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ। ਕਿਉਂਕਿ ਜਹਾਂਗੀਰ ਤੁਝ ਕੇ ਜਹਾਂਗੀਰੀ ਵਿੱਚ ਆਪ ਇਹ ਗੱਲ ਲਿਖਦਾ ਹੈ ਕਿ ਇਹ ਗੋਇੰਦਵਾਲ ਦਰਿਆ ਦੇ ਕੰਢੇ ਤੇ ਝੂਠ ਦੀ ਦੁਕਾਨ ਜੋ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ। ਇੱਥੋਂ ਗੱਲ ਸਮਝ ਆ ਜਾਂਦੀ ਹੈ ਕਿ ਵੇਲੇ ਦੇ ਹਾਕਮ ਕਦੀ ਵੀ ਸੱਚ ਦੀ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇਸੇ ਕਾਰਨ ਵਾਸਤੇ ਹੀ ਸੱਚ ਦੀ ਆਵਾਜ਼ ਨੂੰ ਬੁਲੰਦ ਰੱਖਣ ਲਈ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ, ਤਦ ਕਿ ਇਸ ਆਵਾਜ਼ ਨੂੰ ਕੋਈ ਦਬਾ ਨਾ ਸਕੇ। ਤਾਂ ਗੱਲ ਸਿਰਫ ਇੰਨੀ ਕੁ ਕਰਨੀ ਚਾਹੁੰਦਾ ਹਾਂ ਕਿ ਵੇਲੇ ਦੇ ਹਾਕਮ ਪਹਿਲਾਂ ਦੇ ਸਨ, ਭਾਵੇਂ ਮੁਗਲ ਸਨ, ਉਹ ਵੀ ਸਿੱਖ ਆਵਾਜ਼ ਨੂੰ ਦਬਾਉਣ ਦਾ ਯਤਨ ਕਰਦੇ ਰਹੇ। ਮੁਗਲਾਂ ਤੋਂ ਬਾਅਦ ਅੰਗਰੇਜ਼ ਆਏ, ਅੰਗਰੇਜ਼ਾਂ ਨੇ ਵੀ ਸਿੱਖਾਂ ਨੂੰ ਆਪਣੀ ਚਾਲ ਦੀ ਚਲਾਕੀ ਦੇ ਨੀਤੀ ਦੇ ਅਨੁਸਾਰ ਉਹਨਾਂ ਦੇ ਮੂਲ ਵਿਚਾਰਧਾਰਾ ਨਾਲੋਂ ਦੂਰ ਕਰਨ ਦਾ ਯਤਨ ਕੀਤਾ। ਫਿਰ ਦੇਸ਼ ਆਜ਼ਾਦ ਹੋ ਗਿਆ। ਆਜ਼ਾਦ ਭਾਰਤ ਵਿੱਚ ਵੀ ਇਹੋ ਕੁਝ ਵਾਪਰਦਾ ਹੈ ਵੀ ਸਿੱਖ ਆਪਣੇ ਮੂਲ ਤੇ ਨਿਰੋਲ ਵਿਚਾਰਧਾਰਾ ਤੋਂ ਕਿਸੇ ਤਰ੍ਹਾਂ ਦੂਰ ਹੋ ਜਾਣ। ਅੱਜ ਵੀ ਇਹ ਕੋਸ਼ਿਸ਼ ਹੋ ਰਹੀ ਹੈ। ਵੇਲੇ ਦੇ ਹਾਕਮ ਇਹ ਕੰਮ ਕਰਦੇ ਹੀ ਰਹਿੰਦੇ ਹਨ। ਹਕੂਮਤ ਕੋਈ ਵੀ ਹੋਵੇ, ਇਹ ਕਿਸੇ ਪਾਰਟੀ ਜਾਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਹੈ, ਕਿਉਂਕਿ ਜਿਹੜੀ ਕੌਮ ਮਾਰਸ਼ਲ ਹੁੰਦੀ ਹੈ, ਉਸ ਕੌਮ ਨੂੰ ਸਿਧਾਂਤਾਂ ਤੋਂ ਪਰੇ ਹਟਾ ਕੇ ਹੀ ਕਮਜ਼ੋਰ ਕੀਤਾ ਜਾ ਸਕਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਮਹਾਤਮਾ ਗਾਂਧੀ ਦੇ ਵਿਚਾਰ ਵੀ ਕੁਛ ਇਸੇ ਤਰ੍ਹਾਂ ਦੇ ਸਨ। ਉਹਦੇ ਵਿਚਾਰਧਾਰਾ ਦੇ ਮੁਤਾਬਕ ਬੜੀ ਸਪਸ਼ਟ ਜਿਹੀ ਗੱਲ ਸੀ ਕਿ ਉਹਨਾਂ ਨੇ ਇਹ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਹੁੰਦਾ ਹੈ ਤਾਂ ਉਹਦੇ ਵਿੱਚ ਇੱਕ ਗਲਤੀ ਜ਼ਰੂਰ ਕੀਤੀ ਸਿੱਖ ਆਗੂਆਂ ਨੇ ਕਿ ਸਰਕਾਰ ਦੇ ਖਿਲਾਫ ਨਾਮ ਮਿਲਵਰਤਨ ਦਾ ਜਿਹੜਾ ਮਤਾ ਸੀ ਉਹ ਪਾਸ ਕਰ ਦਿੱਤਾ। ਪਰ ਇਹਦੇ ਬਾਵਜੂਦ ਵੀ ਗਾਂਧੀ ਤੇ ਕਾਂਗਰਸ ਨੇ ਨਨਕਾਣਾ ਸਾਹਿਬ ਦੇ ਸੰਬੰਧ ਵਿੱਚ ਸਿਰਫ ਇੱਕ ਦੋ ਬਿਆਨ ਦੇਣ ਤੋਂ ਸਿਵਾ ਹੋਰ ਕੁਝ ਨਹੀਂ ਕੀਤਾ। ਉਲਟ ਸਿੱਖਾਂ ਤੇ ਸਰਕਾਰ ਦੇ ਵਿੱਚ ਵਿਥ ਵਧਾਉਣ ਵਿੱਚ ਹੀ ਇਹਨਾਂ ਦਾ ਯਤਨ ਜਿਹੜਾ ਸੀ ਉਹ ਚੱਲਦਾ ਰਿਹਾ। ਜੇ ਮਹਾਤਮਾ ਗਾਂਧੀ ਦੀਆਂ ਲਿਖਤਾਂ ਨੂੰ ਅਸੀਂ ਪੜ੍ਹਦੇ ਹਾਂ ਤਾਂ ਆਮ ਤੌਰ ਤੇ ਉਹ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਇੱਕ ਅੰਗ ਕਹਿ ਕੇ ਹੀ ਪ੍ਰਚਾਰਦਾ ਰਿਹਾ। ਸਿੱਖ ਆਗੂਆਂ ਨੇ ਉਹਨੂੰ ਮਿਲ ਕੇ
ਬਿਆਨਾਂ ਦੇ ਰਾਹੀਂ ਵੀ, ਇਕੱਠਾਂ ਦੇ ਮੀਟਿੰਗਾਂ ਵਿੱਚ ਵੀ ਬਾਰ-ਬਾਰ ਅਜਿਹਾ ਕਰਨ ਤੋਂ ਰੋਕਿਆ ਸੀ। ਇੱਕ ਅਖਬਾਰ ਉਸ ਵੇਲੇ ਦੀ ਜਿਹੜੀ ਛਪੀ ਹੈ, ਉਹਦੇ ਵਿੱਚ ਇੱਕ ਬੜਾ ਵੱਡਾ ਆਰਟੀਕਲ ਵੀ ਇਹਦੇ ਬਾਰੇ ਛਪਿਆ, ਜਿਹੜਾ ਆਰਟੀਕਲ ਅਖਬਾਰ ਨੇ ਉਸ ਵੇਲੇ ਛਾਪਿਆ ਸੀ। ਤਾਂ ਉਹਨਾਂ ਨੇ ਇਹ ਗੱਲ ਜੇ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਇਹ ਗੱਲ ਤੋਂ ਆਪਣਾ ਮੂੰਹ ਨਹੀਂ ਮੋੜਿਆ। 9 ਅਪ੍ਰੈਲ 1925 ਦੀ ਯੰਗ ਇੰਡੀਆ ਦੇ ਵਿੱਚ ਇੱਕ ਲੇਖ ਲਿਖ ਕੇ ਮਹਾਤਮਾ ਗਾਂਧੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਹਿੰਦੂ ਧਰਮ ਦਾ ਰੱਖਿਅਕ ਪਰ ਇੱਕ ਭੁੱਲੜ ਦੇਸ਼ ਭਗਤ ਕਹਿ ਕੇ ਉਹਦੇ ਵਿੱਚ ਲਿਖਿਆ ਹੈ। ਭੁੱਲੜ ਦੇਸ਼ ਭਗਤ ਦੀ ਉਪਾਧੀ ਦਾ ਖਿਤਾਬ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਿੰਦਾ ਹੈ ਮਹਾਤਮਾ ਗਾਂਧੀ। ਜਦੋਂ ਸਰ ਮੰਗਲ ਸਿੰਘ ਨੇ ਇਸ ਬਾਰੇ ਸਪਸ਼ਟੀਕਰਨ ਵਾਸਤੇ ਕਿਹਾ ਤਾਂ ਉਹਨਾਂ ਨੇ ਗਲਤੀ ਨਹੀਂ ਮੰਨੀ, ਸਗੋਂ ਆਪਣੀ ਗੱਲ ਤੇ ਅੜਿਆ ਰਿਹਾ। ਇਸ ਤੋਂ ਬਾਅਦ ਹੋਰ ਟਿੱਪਣੀਆਂ ਜਿਹੜੀਆਂ ਸੀ ਉਹਨੇ ਕੀਤੀਆਂ। ਇਹ 8 ਅਕਤੂਬਰ 1925 ਦਾ ਕੌਮੀ ਦਰਦ ਅਖਬਾਰ ਦੇ ਵਿੱਚ ਲੇਖ ਜਿਹੜੀ ਰਿਪੋਰਟਿੰਗ ਹੈ ਸਾਰੀ ਛਪੀ ਹੋਈ ਹੈ, ਉਹਦੇ ਵਿੱਚ ਇਹ ਵਿਚਾਰ ਸਾਰੇ ਦਿੱਤੇ ਗਏ ਹਨ। 1929 ਦੇ ਵਿੱਚ ਲਾਹੌਰ ਸੈਸ਼ਨ ਵਿੱਚ ਕਾਂਗਰਸ ਨੇ ਇੱਕ ਮਤਾ ਪਾਸ ਕੀਤਾ ਕਿ ਕਾਂਗਰਸ ਕੋਈ ਐਸਾ ਕਾਨੂੰਨ ਮਨਜ਼ੂਰ ਨਹੀਂ ਕਰੇਗੀ ਜੋ ਸਿੱਖਾਂ ਨੂੰ ਮਨਜ਼ੂਰ ਨਹੀਂ ਹੋਵੇਗਾ। ਇਹ 1929 ਦੇ ਵਿੱਚ ਇੱਕ ਮਤਾ ਪਾਸ ਹੋਇਆ। ਮੈਂ ਇਹ ਗੱਲਾਂ ਜ਼ਰੂਰੀ ਤਾਂ ਕਰ ਰਿਹਾ ਹਾਂ ਕਿ ਸਾਨੂੰ ਪਤਾ ਹੋਣਾ ਚਾਹੀਦਾ ਸਾਡੇ ਨਾਲ ਕੀ ਵਾਅਦੇ ਜਿਹੜੇ ਹਨ ਉਹ ਕੀਤੇ ਗਏ। 1931 ਦੇ ਵਿੱਚ 1931 ਚ ਸਿੱਖਾਂ ਨੂੰ ਫਿਰ ਆਪਣੇ ਮਗਰ ਲਾਉਣ ਲਈ ਮਹਾਤਮਾ ਗਾਂਧੀ ਨੇ ਕਿਰਪਾਨ ਦੀ ਸਿਫਤ ਵੀ ਕੀਤੀ ਤੇ 16 ਮਾਰਚ 1931 ਸੀਸਗੰਜ ਗੁਰਦੁਆਰਾ ਸਾਹਿਬ ਦੇ ਵਿੱਚ ਉਹਨੇ ਕਿਹਾ ਸੀ ਕਿ ਕਾਂਗਰਸ ਸਿੱਖਾਂ ਨਾਲ ਕਦੀ ਵਿਸ਼ਵਾਸਘਾਤ ਨਹੀਂ ਕਰੇਗੀ ਤੇ ਲਾਹੌਰ ਦੇ ਮਤੇ ਅਨੁਸਾਰ ਕੋਈ ਅਜਿਹਾ ਆਇਨ ਨਹੀਂ ਬਣਾਇਆ ਜਾਏਗਾ ਜੋ ਸਿੱਖਾਂ ਨੂੰ ਮਨਜ਼ੂਰ ਨਾ ਹੋਵੇ। ਇਸ ਸੂਰਤ ਵਿੱਚ ਸਿੱਖਾਂ ਨੂੰ ਹੱਕ ਹੋਵੇਗਾ ਕਿ ਉਹ ਹੱਥ ਵਿੱਚ ਤਲਵਾਰ ਫੜ ਕੇ ਬਗਾਵਤ ਕਰਨ, ਵਾਹਿਗੁਰੂ ਤੇ ਮਨੁੱਖ ਜਾਤੀ ਉਹਨਾਂ ਦੀ ਮਦਦ ਕਰਨਗੇ। ਜਦੋਂ ਇੱਕ ਸ਼ੱਕ ਪ੍ਰਗਟ ਕੀਤਾ ਗਿਆ ਵੀ ਜੇ ਤੁਸੀਂ ਸਾਡੇ ਨਾਲ ਕੀਤੇ ਹੋਏ ਵਾਅਦੇ ਨਾ ਨਿਭਾਏ ਤਾਂ ਉਹਦਾ ਜਵਾਬ ਇਹ ਸੀ ਵੀ ਸਿੱਖਾਂ ਨੂੰ ਗੁਰੂ ਨੇ ਤਲਵਾਰ ਦਿੱਤੀ ਹੋਈ ਹੈ, ਉਹ ਤਲਵਾਰ ਨਾਲ ਆਪਣੇ ਹੱਕ ਲੈ ਲੈਣਗੇ। ਇਹ ਗੁਰਦੁਆਰਾ ਸੀਸਗੰਜ ਸਾਹਿਬ ਦੀ ਗੱਲ ਹੈ ਜੋ ਦਿੱਲੀ ਦੇ ਵਿੱਚ ਵਾਪਰੀ ਸੀ। ਇਹੋ ਹੀ ਵਾਅਦਾ ਫਿਰ 6 ਜੁਲਾਈ 1946 ਦੇ ਵਿੱਚ ਕਲਕੱਤੇ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਵੀ ਦੁਹਰਾਇਆ ਗਿਆ। ਨਹਿਰੂ ਦੇ ਜਿਹੜੇ ਲਫ਼ਜ਼ ਸਨ, ਮੈਂ ਇਹਨਾਂ ਨੂੰ ਉਹੀ ਲਫ਼ਜ਼ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ। ਪੰਜਾਬ ਦੇ ਬਹਾਦਰ ਸਿੱਖ ਖਾਸ ਸਲੂਕ ਦੇ ਹੱਕਦਾਰ ਹਨ। ਮੈਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ ਦਿਸਦਾ ਕਿ ਹਿੰਦੁਸਤਾਨ ਦੇ ਉੱਤਰ ਵਿੱਚ ਇੱਕ ਅਜਿਹਾ ਇਲਾਕਾ ਵੱਖਰਾ ਕਰ ਦਿੱਤਾ ਜਾਵੇ ਜਿਸ ਵਿੱਚ ਆਜ਼ਾਦੀ ਦਾ ਨਿੱਘ ਸਿੱਖਾਂ ਦੇ ਲਹੂ ਨੂੰ ਵੀ ਗਰਮਾਵੇ। ਇਹ ਵਿਚਾਰ ਪੰਡਿਤ ਜਵਾਹਰ ਲਾਲ ਨਹਿਰੂ ਨੇ 1946 ਚ ਦਿੱਤੇ। ਪਰ 1936 ਵਿੱਚ ਜਦੋਂ ਡਾਕਟਰ ਅੰਬੇਦਕਰ ਦੇ ਸਿੱਖ ਬਣਨ ਦਾ ਵਿਚਾਰ ਆਇਆ ਤਾਂ ਮਹਾਤਮਾ ਗਾਂਧੀ ਨੇ ਉਹਦੀ ਜ਼ਬਰਦਸਤ ਵਿਰੋਧ ਕੀਤਾ। ਇਹ ਦੂਜੇ ਲਫ਼ਜ਼ਾਂ 'ਚ ਇਹ ਵੀ ਕਹਿ ਲਈਏ ਕਿ ਬੇਸ਼ੱਕ ਇਹ ਕਿਸੇ ਦੇ ਨਿੱਜੀ ਵਿਚਾਰ ਹੁੰਦੇ ਹਨ, ਪਰ ਉਸ ਵੇਲੇ ਦੇ ਆਗੂ ਦੇ ਅੱਗੇ ਆਪਣੇ ਵਿਚਾਰਾਂ ਨੂੰ ਝੁਕਾ ਦੇਣਾ ਇਹ ਕਮਜ਼ੋਰੀ ਮੰਨੀ ਜਾਂਦੀ ਹੈ। 1940 ਦੇ ਵਿੱਚ ਮਾਸਟਰ ਤਾਰਾ ਸਿੰਘ ਨੇ ਕਾਂਗਰਸ ਪ੍ਰਧਾਨ ਅਬੂ ਕਲਮ ਮੌਲਾਨਾ ਆਜ਼ਾਦ ਨੂੰ ਇੱਕ ਖਤ ਲਿਖਿਆ ਜਿਹਦੇ ਵਿੱਚ ਫੌਜ ਵਿੱਚ ਸਿੱਖਾਂ ਦੀ ਵਧੇਰੇ ਭਰਤੀ ਦੀ ਗੱਲ ਜਿਹੜੀ ਸੀ ਕਹੀ ਗਈ। ਮਾਸਟਰ ਤਾਰਾ ਸਿੰਘ ਦੀ ਇਸ ਦੀ ਕਾਪੀ ਗਾਂਧੀ ਨੂੰ ਵੀ ਭੇਜ ਦਿੱਤੀ। ਗਾਂਧੀ ਨੇ ਮਾਸਟਰ ਤਾਰਾ ਸਿੰਘ ਦੀ ਚਿੱਠੀ ਦੇ ਜਵਾਬ ਵਿੱਚ ਜੋ ਸ਼ਬਦ ਲਿਖੇ ਬੜੇ ਭਾਵ ਭਰਤ ਹਨ ਔਰ ਮੈਂ ਰੱਖਦੇ ਹਨ। You have nothing in common with Congress. You believe in the rule of sword and the Congress does not. ਤੁਹਾਡਾ ਤੇ ਕਾਂਗਰਸ ਦਾ ਕੋਈ ਵੀ ਸਾਂਝਾ ਨਹੀਂ ਹੈ। ਤੁਸੀਂ ਕਿਰਪਾਨ ਵਿੱਚ ਯਕੀਨ ਰੱਖਦੇ ਹੋ ਤੇ ਕਾਂਗਰਸ ਅਹਿੰਸਾ ਵਿੱਚ ਯਕੀਨ ਰੱਖਦੀ ਹੈ। ਜਿਹੜੇ ਉਹਦੀ ਸ਼ਬਦਾਵਲੀ ਸੀ ਉਹ ਇਹ ਸੀ। ਇਸ ਤੇ ਮਾਸਟਰ ਤਾਰਾ ਸਿੰਘ ਜੀ ਨੇ ਮਹਾਤਮਾ ਗਾਂਧੀ ਨਾਲ ਜਿਹੜੇ ਖਤ ਲਿਖੇ ਜਾਂ ਕਹਿ ਲਈਏ ਖਤੋ ਖਿਤਾਬਤ ਨੂੰ ਪ੍ਰੈਸ ਨੂੰ ਰਿਲੀਜ਼ ਕਰਨ ਦੇ ਨਾਲ
12 ਸਤੰਬਰ 1940 ਨੂੰ ਕੌਮੀ ਤੇ ਸੂਬਾਈ ਕਾਂਗਰਸ ਤੋਂ ਅਸਤੀਫੇ ਦੇ ਦਿੱਤੇ। ਇਹਨਾਂ ਨੇ ਆਪਣੇ ਅਸਤੀਫੇ ਜਿਹੜੇ ਸੀ ਉਹ ਦੇ ਦਿੱਤੇ, ਆਪਣੇ ਆਪ ਨੂੰ ਵੱਖਰਾ ਕਰਨ ਦੀ ਗੱਲ ਕੀਤੀ। ਅਸਤੀਫਿਆਂ ਦੇ ਵਿੱਚ 15 ਸਤੰਬਰ 1940 ਨੂੰ ਉਰਦੂ ਦਾ ਇੱਕ ਅਖਬਾਰ ਹੈ ਪ੍ਰਤਾਪ, ਮਿਲਾਪ ਤੇ ਵੀਰ ਭਾਰਤ, ਇਹਨਾਂ ਤਿੰਨਾਂ ਅਖਬਾਰਾਂ ਨੇ ਮਾਸਟਰ ਤਾਰਾ ਸਿੰਘ ਦੀ ਹਮਾਇਤ ਕੀਤੀ ਤੇ ਮਹਾਤਮਾ ਗਾਂਧੀ ਦੀ ਵਿਰੋਧਤਾ ਕੀਤੀ। ਅਖਬਾਰਾਂ ਨੇ ਮੌਲਾਨਾ ਆਜ਼ਾਦ ਨੂੰ ਮਾਸਟਰ ਤਾਰਾ ਸਿੰਘ ਜੀ ਤੋਂ ਮਾਫੀ ਮੰਗਣ ਵਾਸਤੇ ਵੀ ਕਿਹਾ, ਪਰ ਦੂਜੇ ਪਾਸੇ ਮਹਾਤਮਾ ਗਾਂਧੀ ਨੂੰ ਮਾਫੀ ਮੰਗਣ ਵਾਸਤੇ ਨਹੀਂ ਕਿਹਾ ਗਿਆ। ਹਾਲਾਂਕਿ ਸਿੱਖ ਧਰਮ ਦੇ ਖਿਲਾਫ ਜਿਹੜੇ ਲਫ਼ਜ਼ ਵਰਤੇ ਸਨ ਉਹ ਇਸ ਆਗੂ ਵੱਲੋਂ ਵਰਤੇ ਗਏ ਸਨ। ਅਖਬਾਰਾਂ ਨੇ ਇਹ ਗੱਲ ਕਿਹਾ ਕਿ ਸਿੱਖਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਅੱਖੋਂ ਓਹਲੇ ਕੀਤਾ ਗਿਆ ਹੈ, ਪਰ 18 ਸਤੰਬਰ 1940 ਨੂੰ ਮਾਸਟਰ ਤਾਰਾ ਸਿੰਘ ਨੇ ਐਲਾਨ ਕੀਤਾ ਕਿ ਕਾਂਗਰਸ ਤੋਂ ਮੇਰਾ ਜਿਹੜਾ ਅਸਤੀਫਾ ਉਹ ਜਾਤੀ ਹੈ, ਸ਼ਖਸੀ ਹੈ। ਇੱਥੇ ਥੋੜੀ ਜਿਹੀ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕਮਜ਼ੋਰੀ ਕਿਉਂ ਦਿਖਾਈ ਗਈ। ਜੇ ਦੂਜੇ ਲਫ਼ਜ਼ਾਂ 'ਚ ਆਪਾਂ ਚੀਰ-ਫਾੜ ਕਰਕੇ ਦੇਖੀਏ ਤਾਂ ਇਹ ਜੋ ਬਿਆਨ ਹੈ ਜਾਂ ਇਹ ਜਿਹੜੀ 18 ਸਤੰਬਰ 1940 ਦਾ ਜਿਹੜਾ ਐਲਾਨ ਹੈ ਇਹ ਨਿੱਜੀ ਨਹੀਂ ਸੀ। ਅਸਲ ਵਿੱਚ ਇਹ ਕੌਮ ਦੇ ਜੋ ਕਕਾਰ ਹੈ, ਜੋ ਧਰਮ ਦੀ ਆਨ ਹੈ, ਧਰਮ ਦੀ ਸ਼ਾਨ ਕਿਰਪਾਨ ਹੈ, ਉਹਦੇ ਖਿਲਾਫ ਸਾਰੀ ਜਿਹੜੀ ਉਂਗਲ ਚੁੱਕੀ ਗਈ ਸੀ, ਉਹਦੇ ਕਰਕੇ ਇਹ ਸਾਰਾ ਕੁਝ ਵਾਪਰ ਰਿਹਾ ਸੀ। ਪਰ ਕੁਝ ਇਹ ਗੱਲ ਸਮਝ ਨਹੀਂ ਆਈ, ਜੇ ਸਾਰੀ ਕੌਮ ਉਸ ਵੇਲੇ ਇਕੱਠੀ ਹੋ ਜਾਂਦੀ, ਇਹ ਬਿਆਨ ਨਾ ਆਉਂਦੇ, ਤਾਂ ਫਿਰ ਸ਼ਾਇਦ ਕੁਝ ਨਾ ਕੁਝ ਹੋਰ ਬਣ ਜਾਂਦਾ। ਪਰ ਇਹ ਕਹਿ ਲਈਏ ਕਿ ਬੁਜ਼ਦਿਲ ਸਿੱਖ ਆਗੂ ਜਿਹੜੇ ਸੀ ਸੁਤਰੀ ਵਾਂਗੂ ਸੁੱਤੇ ਰਹੇ, ਉਹਨਾਂ ਨੇ ਕੋਈ ਵੀ ਇਹਦਾ ਐਕਸ਼ਨ ਜਿਹੜਾ ਸੀ ਅੱਗੇ ਨਾ ਲਿਆ। ਇਹ ਜਿਹੜੀਆਂ ਦਾਸਤਾਨਾਂ ਹਨ ਇਹ ਚਲਦੀਆਂ ਹਨ। 31 ਦਸੰਬਰ 1940 ਨੂੰ ਅਕਾਲੀ ਕਾਨਫਰੰਸ ਫਤਿਹਗੜ੍ਹ ਸਾਹਿਬ ਵਿਖੇ ਹੋਈ। ਇਹਦੇ ਚ ਗਿਆਨੀ ਕਰਤਾਰ ਸਿੰਘ, ਈਸ਼ਰ ਸਿੰਘ ਮਝੈਲ ਤੇ ਇਹਨਾਂ ਨੇ ਕਾਂਗਰਸੀ ਰੋਲ ਨੂੰ ਨਾ ਪਸੰਦ ਕਰਨ ਸੰਬੰਧੀ ਆਪਣੀਆਂ ਤਕਰੀਰਾਂ ਦਿੱਤੀਆਂ। ਮਾਸਟਰ ਅਜੀਤ ਸਿੰਘ ਬਾਲਵੀ ਨੇ ਕਿਹਾ ਕਿ ਅਹਿੰਸਾ ਸਿੱਖ ਸਿਧਾਂਤਾਂ ਦੇ ਵਿਰੁੱਧ ਹੈ। ਸਿੱਖ ਗੁਰੂਆਂ ਨੇ ਕਈ ਵਾਰੀ ਆਪਣੇ ਸਿਧਾਂਤਾਂ ਦੀ ਰਾਖੀ ਵਾਸਤੇ ਤੇ ਜ਼ੁਲਮ ਨਾਲ ਤੇ ਜ਼ਾਲਮ ਨਾਲ ਮੁਕਾਬਲਾ ਕਰਨ ਵਾਸਤੇ ਕਿਰਪਾਨ ਨੂੰ ਹੱਥ ਪਾਇਆ ਹੈ, ਔਰ ਕਿਰਪਾਨ ਦੀ ਮੁੱਠ ਨੂੰ ਹੱਥ ਗਿਆ ਹੈ ਜਦੋਂ ਸ਼ਾਂਤੀ ਦੇ ਹਥਿਆਰ ਖਤਮ ਹੋ ਜਾਂਦੇ ਹਨ। ਇਸ ਵਾਸਤੇ ਸਿੱਖ ਅਹਿੰਸਾ ਦਾ ਪੁਜਾਰੀ ਨਹੀਂ ਹੈ। ਕੁਝ ਸਿੱਖ ਆਗੂਆਂ ਨੇ ਉਦੋਂ ਮਹਾਤਮਾ ਗਾਂਧੀ ਦੇ ਖਿਲਾਫ ਬਿਆਨ ਵੀ ਜਾਰੀ ਕੀਤੇ, ਪਰ ਵੀ ਨਰਮ ਬੋਲਾਂ ਦੇ ਵਿੱਚ, ਹਲਕੇ ਬੋਲਾਂ ਦੇ ਵਿੱਚ। ਪਰ ਇਸ ਦੇ ਬਾਵਜੂਦ ਵੀ, ਸਭ ਕੁਝ ਕਰਨ ਦੇ ਬਾਵਜੂਦ ਵੀ ਜਿਹੜੀ ਦੁਖਦਾਈ ਗੱਲ ਇਹ ਹੈ ਕਿ ਉਹ ਮਹਾਤਮਾ ਗਾਂਧੀ ਨੂੰ ਆਪਣਾ ਲੀਡਰ ਫਿਰ ਵੀ ਮੰਨਦੇ ਰਹੇ। ਇੰਨੀ ਕੁ ਸੂਝ ਕਾਲੂ ਆਗਿਆਂ ਵਿੱਚ ਸੀ ਕਿ ਉਹ ਆਪਣਾ ਗੁੱਝਾ ਦੁਸ਼ਮਣ ਵੀ ਨਹੀਂ ਸਨ ਪਛਾਣਦੇ। ਇਸ ਜੇ ਲਫ਼ਜ਼ ਮੈਂ ਦੂਜੇ ਲਫ਼ਜ਼ ਵਰਤਾਂ, ਉਸ ਵੇਲੇ ਸ਼ਾਇਦ ਇੰਨਾ ਭਰੋਸਾ ਕਰ ਲਿਆ ਸੀ ਨਾ ਆਗੂਆਂ ਦੇ ਉੱਤੇ, ਭਾਰਤ ਦੇ ਇਹਨਾਂ ਆਗੂਆਂ ਦੇ ਉੱਤੇ, ਸ਼ਾਇਦ ਉਹ ਆਪਣੇ ਗੁੱਝੇ ਦੁਸ਼ਮਣ ਨੂੰ ਪਛਾਣਨ ਵਿੱਚ ਵੀ ਅਸਮਰਥ ਜੇ ਰਹੇ, ਜਾਂ ਇਹ ਕਹਿ ਲਈਏ ਕਿ ਉਹ ਜ਼ਰੂਰਤ ਹੀ ਨਹੀਂ ਸੀ ਕਰਦੇ ਵੀ ਇਹੋ ਜਿਹੇ ਜਿਹੜੇ ਧੋਖੇਬਾਜ਼ੀ ਜਾਂ ਅੰਦਰੋਂ ਹੋਰ ਤੇ ਬਾਹਰੋਂ ਹੋਰ ਜਿਹੜੇ ਭਾਰਤੀ ਲੀਡਰ ਸਨ ਉਹਨਾਂ ਦੇ ਖਿਲਾਫ ਆਵਾਜ਼ ਚੁੱਕ ਸਕਦੇ। ਬੜਾ ਅਜੀਬ ਜਿਹਾ ਰੋਲ ਸੀ ਉਸ ਵੇਲੇ ਅਮਰ ਸਿੰਘ ਝਬਾਲ ਦੇ ਧੜੇ ਦਾ, ਊਧਮ ਸਿੰਘ ਨਾਗੂ ਕੇ ਧੜਾ, ਮੰਗਲ ਸਿੰਘ, ਹੀਰਾ ਸਿੰਘ ਦਰਦ ਵਰਗੇ ਆਗੂਆਂ ਦਾ, ਜੋ ਸਭ ਦੇ ਬਾਵਜੂਦ ਵੀ ਗਾਂਧੀ ਨੂੰ ਸਭ ਕੁਝ ਮੰਨਦੇ ਰਹੇ। ਉਹਨਾਂ ਦਾ ਐਂਟੀ ਸਿੱਖ ਰੋਲ ਵੀ ਝੰਜੋੜਦਾ ਨਹੀਂ ਸੀ ਜਿਹੜਾ ਉਸ ਵੇਲੇ ਦੇ ਆਗੂਆਂ ਦਾ ਸੀ। ਇਹ ਹਾਲਤ ਉਸ ਵੇਲੇ ਕਿ ਸਿੱਖ ਚੌਧਰੀਆਂ ਦੀ ਸੀ। ਕਾਂਗਰਸ ਤੇ ਗਾਂਧੀ ਦੀ ਪੈਰੋਕਾਰੀ ਨੂੰ ਹੀ ਨਹੀਂ, ਚਾਪਲੂਸੀ ਤੱਕ ਵੀ ਜਿਹੜੇ ਸਾਡੇ ਆਗੂ ਜਿਹੜੇ ਇਹ ਉਸ ਵੇਲੇ ਕਰਦੇ ਰਹੇ। ਉਹਨਾਂ ਦਾ ਦਿਮਾਗ 'ਚ ਇੱਕੋ ਹੀ ਗੱਲ ਸੀ ਕਿ ਆਜ਼ਾਦੀ ਚਾਹੀਦੀ ਹੈ, ਆਜ਼ਾਦੀ ਤੋਂ ਬਾਅਦ ਜੋ ਕੁਝ ਹੋਏਗਾ ਅਸੀਂ ਇਹਨਾਂ ਕੋਲੋਂ ਲੈ ਲਵਾਂਗੇ,
ਇਹ ਸਾਡੇ ਆਗੂ ਹਨ, ਇਹ ਸਾਡੇ ਨਾਲ ਕਦੀ ਮੁੱਕਰ ਨਹੀਂ ਸਕਦੇ। ਜੇ ਥੋੜੇ ਜਿਹੀ ਹੋਰ ਅਸੀਂ ਇੱਕ ਗੱਲ ਕਰੀਏ ਤੇ ਉਹਦੇ ਵਿੱਚ ਇੱਕ ਆਰਟੀਕਲ ਆਉਂਦਾ ਹੈ 5 ਤੇ 12 ਜੁਲਾਈ 1942 ਦਾ, ਇੱਕ ਅਖਬਾਰ ਹਰੀਜਨ ਦੇ ਨਾਂ ਤੇ ਛਪਦਾ ਹੈ। ਉਹਦੇ ਚ 5 ਜੁਲਾਈ ਤੇ 12 ਜੁਲਾਈ 1942 1942 ਦੇ ਵਿੱਚ ਕਿਰਪਾਨ ਦੇ ਖਿਲਾਫ ਸ਼ਰੇਆਮ ਆਰਟੀਕਲ ਜਿਹੜੇ ਸੀ ਲਿਖੇ ਗਏ। ਉਹ ਤੇ ਲਿਖਿਆ ਗਿਆ, ਕਾਂਗਰਸ ਵਿੱਚ ਸਿੱਖ ਵਿਰੋਧੀ ਤੇ ਫਿਰਕੂ ਮਾਹੌਲ ਦੀ ਹੱਦ ਤਾਂ ਇੱਥੋਂ ਤੱਕ ਸੀ ਕਿ 1945 ਵਿੱਚ ਕਾਂਗਰਸ ਸੈਂਟਰਲ ਪਾਰਟੀ ਦੇ ਚੀਫ ਵਿਪ ਨੇ ਮੰਗਲ ਸਿੰਘ MP ਨੂੰ ਇੱਥੋਂ ਤੱਕ ਹੁਕਮ ਜਾਰੀ ਕਰ ਦਿੱਤਾ ਕਿ ਉਹ ਅਸੈਂਬਲੀ ਵਿੱਚ ਸਿੱਖਾਂ ਬਾਰੇ ਸਵਾਲ ਹੀ ਨਾ ਪੁੱਛਿਆ ਕਰੇ। ਇਸ ਤੇ ਅਕਾਲੀ ਦਲ ਨੇ ਉਸ ਨੂੰ ਵਿਰੋਧੀ ਧਿਰ ਵਿੱਚ ਬੈਠਣ ਤੇ ਸਿੱਖ ਹੱਕਾਂ ਸੰਬੰਧੀ ਅਕਾਲੀ ਦਲ ਦੀ ਪਾਲਿਸੀ ਅਨੁਸਾਰ ਚੱਲਣ ਵਾਸਤੇ ਕਹਿ ਦਿੱਤਾ। ਆਪਾਂ ਗੱਲ ਕਰ ਸਕਦੇ ਹਾਂ ਕਿ 15 ਅਗਸਤ 1947 ਤੋਂ ਜਦੋਂ ਭਾਰਤ ਆਜ਼ਾਦ ਹੁੰਦਾ ਹੈ, ਹਾਲਾਂਕਿ ਗਾਂਧੀ ਸਿਰਫ 5 ਮਹੀਨੇ ਹੀ ਉਸ ਤੋਂ ਬਾਅਦ ਜਿਉਂਦੇ ਰਹੇ, ਪਰ 5 ਮਹੀਨਿਆਂ ਦੇ ਵਿੱਚ ਸਿੱਖਾਂ ਦੇ ਖਿਲਾਫ ਕਈ ਜਿਹੜੇ ਉਹਨਾਂ ਦੀ ਸ਼ਬਦਾਵਲੀ ਜਿਹੜੀ ਉਹ ਵੀ ਦੇਖਣ ਨੂੰ ਮਿਲਦੀ ਹੈ। ਇਹ ਕਲੈਕਟਡ ਵਰਕਸ ਗਾਂਧੀ ਉਹਦੇ ਪੇਜ ਨੰਬਰ 4 ਤੇ 5 ਦੇ ਉੱਤੇ ਇੱਕ ਗੱਲ ਲਿਖੀ ਹੈ ਕਿ ਸਿੱਖਾਂ ਨੂੰ ਵੱਖਰਾ ਧਰਮ ਦਾ ਮੈਕਾਲੇ, ਉਹ ਸ਼ਾਇਦ ਕਨਿੰਗਮ ਕਹਿਣਾ ਚਾਹੁੰਦਾ ਹੋਵੇਗਾ, ਨੇ ਕਿਤਾਬ ਲਿਖ ਕੇ ਬਣਾਇਆ ਸੀ। ਉਹਨੇ ਕਿਹਾ ਮੈਕਾਲਫ ਨੇ ਜਾਂ ਕੀ ਲਫ਼ਜ਼ ਲਿਖਣੇ, ਬਸ ਇੰਨਾ ਹੀ ਲਫ਼ਜ਼ ਉੱਤੇ ਲਿਖਿਆ ਮਿਲਦਾ ਹੈ। ਗਾਂਧੀ ਦੇ ਲਫ਼ਜ਼ਾਂ 'ਚ ਸਾਰਾ ਮੈਕਾਲਿਕ ਨੇ ਖੜਾ ਕੀਤਾ। ਉਹ ਇਤਿਹਾਸਕਾਰ ਤਾਂ ਹੈ ਹੀ ਨਹੀਂ ਸੀ। ਸਿੱਖਾਂ ਨੂੰ ਅਲੱਗ ਧਰਮ ਕਹਿਣ ਦੀ ਜ਼ਹਿਰ ਫੈਲਾਈ, ਜਿਸ ਨੂੰ ਹਰ ਇੱਕ ਨੇ ਨਿਗਲ ਲਿਆ। ਇਹ ਜਿਹੜੇ ਸ਼ਬਦ ਉੱਤੇ ਲਿਖੇ ਗਏ ਆ ਮਹਾਤਮਾ ਗਾਂਧੀ ਦੇ ਬੋਲ ਹਨ। ਫਿਰ ਇੱਕ ਹੋਰ ਗੁਰੂ ਗ੍ਰੰਥ ਸਾਹਿਬ ਬਾਰੇ ਉਹਦਾ ਬਿਆਨ ਆਉਂਦਾ ਹੈ। ਗ੍ਰੰਥ ਸਾਹਿਬ ਕੀ ਹੈ? ਇਹ ਤਾਂ ਹਿੰਦੂ ਸ਼ਾਸਤਰਾਂ ਤੇ ਆਧਾਰਿਤ ਹੈ। ਇਹ ਸਿੱਖਾਂ ਦੀ 1.25 ਲੱਖ ਕੀ ਮਜ਼ਾਕ ਹੈ? ਕਹਿੰਦੇ ਸਿੱਖ ਜਿਹੜੇ 1.25 ਲੱਖ ਦੀ ਗੱਲ ਕਰਦੇ, ਕੀ ਮਜ਼ਾਕ ਹੈ? ਐਟਮ ਬੰਬ ਦੇ ਜ਼ਮਾਨੇ ਵਿੱਚ ਸਿੱਖਾਂ ਦੀ ਕਿਰਪਾਨ ਦੇ ਜੰਗਾਲ ਲੱਗਾ ਜਿਹਾ ਹਥਿਆਰ ਹੈ। ਇਹ ਉਹਦੇ ਬਿਆਨ ਨੇ। ਇਹ ਗਾਂਧੀ ਕਲੈਕਟਡ ਵਰਕਸ ਦੇ ਪੇਜ ਨੰਬਰ 284 ਦੇ ਉੱਤੇ ਜਿਲਦ ਨੰਬਰ 89 ਤੇ ਇਹ ਬਿਆਨ ਉਹਦੇ ਛਪੇ ਹੋਏ ਹਨ। ਕਿ ਜਿਸ ਤਰ੍ਹਾਂ ਇਹ ਲੋਕ ਕਿਰਪਾਨ ਪਹਿਨੀ ਫਿਰਦੇ ਹਨ, ਇਹ ਇੱਕ ਜੰਗਲੀ ਜਿਹਾ ਵਰਤਾਰਾ ਹੈ। ਸਿੱਖ ਕਹਿੰਦੇ ਹਨ ਕਿ ਉਹ ਪ੍ਰੀਵੀ ਕੌਂਸਲ ਦੇ ਫੈਸਲੇ ਮੁਤਾਬਕ ਕਿਸੇ ਵੀ ਸਾਈਜ਼ ਦੀ ਕਿਰਪਾਨ ਪਹਿਨ ਸਕਦੇ ਹਨ। ਹੁਣ ਹਕੂਮਤ ਹਿੰਦੂਆਂ ਦੀ ਹੈ ਤੇ ਪ੍ਰੀਵੀ ਕੌਂਸਲ ਦਾ ਫੈਸਲਾ ਖਤਮ ਹੋ ਚੁੱਕਾ ਹੈ। ਇਹ ਵੀ ਸੇਮ ਬੁੱਕ ਦੇ ਉੱਤੇ ਪੰਨਾ ਨੰਬਰ 72-73 ਦੇ ਉੱਤੇ ਗੱਲ ਲਿਖੀ ਮਿਲਦੀ ਹੈ, ਜੋ ਹਰਜਿੰਦਰ ਸਿੰਘ ਦਲਗੀਰ ਨੇ ਆਪਣੀ ਪੁਸਤਕਾਂ ਦੇ ਵਿੱਚ 1947 ਤੋਂ ਪਹਿਲਾਂ ਸਿੱਖ ਇਤਿਹਾਸ ਦੇ ਵਿੱਚ ਲਿਖਿਆ ਹੈ। ਜੇ ਸਿੱਖ ਆਪਣੇ ਆਪ ਨੂੰ 1.25 ਲੱਖ ਕਹਾਉਂਦਾ ਹੈ ਤਾਂ ਦੁਸ਼ਮਣ ਨੂੰ ਮੁੱਕਿਆਂ ਨਾਲ ਹੀ ਮਾਰ ਸਕਦਾ ਹੈ। ਕਿਰਪਾਨ ਦੀ ਲੋੜ ਕੀ ਹੈ? ਗੁਰੂ ਨਾਨਕ ਨੇ ਕਦੇ ਨਹੀਂ ਸੀ ਕਿਹਾ ਕਿ ਮੈਂ ਹਿੰਦੂ ਨਹੀਂ, ਨਾ ਹੀ ਕਿਸੇ ਹੋਰ ਗੁਰੂ ਨੇ ਅਜਿਹਾ ਕਿਹਾ। ਇਹ ਮਹਾਤਮਾ ਗਾਂਧੀ ਦਾ ਬਿਆਨ ਹੈ, ਜਿਹੜੀ ਗਾਂਧੀ ਕਲੈਕਟਡ ਵਰਕਸ ਜਿਲਦ 90 ਸਫਾ 177 ਦੇ ਉੱਤੇ ਲਿਖਿਆ ਹੋਇਆ ਮਿਲਦਾ ਹੈ ਕਿ ਗੁਰੂ ਨਾਨਕ ਨੇ ਕਦੇ ਨਹੀਂ ਸੀ ਕਿਹਾ ਕਿ ਮੈਂ ਹਿੰਦੂ ਨਹੀਂ, ਨਾ ਹੀ ਕਿਸੇ ਹੋਰ ਗੁਰੂ ਨੇ ਅਜਿਹਾ ਕਿਹਾ। ਸਿੱਖ, ਹਿੰਦੂ, ਬੋਧੀ, ਜੈਨੀ ਧਰਮਾਂ ਨੂੰ ਅਲੱਗ ਨਹੀਂ ਮੰਨਿਆ ਜਾ ਸਕਦਾ। ਇਹ ਸਾਰੇ ਇਸ ਹਿੰਦੂ ਧਰਮ ਦੀਆਂ ਸ਼ਿਖਾਵਾਂ ਹਨ। ਹਿੰਦੂ ਧਰਮ ਇੱਕ ਸਮੁੰਦਰ ਹੈ ਜਿਸ ਵਿੱਚ ਸਾਰੇ ਦਰਿਆ ਸਮਾ ਜਾਂਦੇ ਹਨ। ਬਿਲਕੁਲ ਉਹੀ ਗੱਲ, ਜੇ ਦੀਨੇ ਇਲਾही का बेबाक बेड़ा ना जेहू में अटका ना सेहू में अटका, ये पार जिसने ते सातों समुंदर वो डूबा दहाने गंगा में आकर। सच गल ही तसी कि ਇਹੋ ਜਿਹਾ ਸਮੁੰਦਰ ਹੈ ਜਿਹਦੇ ਸਾਰੇ ਧਰਮ ਆ ਕੇ ਗਰਕ ਹੋ ਜਾਂਦੇ ਹਨ। ਅੱਗੇ ਜਾ ਕੇ ਉਹਨੇ ਫਿਰ ਲਿਖਿਆ ਕਿ ਮੈਂ ਤੁਹਾਡਾ ਗ੍ਰੰਥ ਸਾਹਿਬ ਪੜ੍ਹਦਾ ਹਾਂ, ਪਰ ਮੈਂ ਤੁਹਾਨੂੰ ਖੁਸ਼ ਕਰਨ ਵਾਸਤੇ ਨਹੀਂ ਪੜ੍ਹਦਾ, ਨਾ ਹੀ ਅਜਿਹਾ ਕਰਨ ਵਾਸਤੇ ਮੈਨੂੰ ਤੁਹਾਡੀ ਇਜਾਜ਼ਤ ਦੀ ਲੋੜ ਹੈ। ਪਰ ਗੁਰੂ ਜੀ ਨੇ ਕਿਤੇ ਵੀ ਨਹੀਂ ਕਿਹਾ ਕਿ ਤੁਹਾਨੂੰ ਦਾੜੀ ਜ਼ਰੂਰ ਉਗਾਉਣੀ ਚਾਹੀਦੀ ਹੈ ਤੇ ਕਿਰਪਾਨ ਜ਼ਰੂਰ ਚੁੱਕਣੀ ਚਾਹੀਦੀ ਹੈ। ਗਾਂਧੀ ਕਲੈਕਟਡ ਵਰਕਸ ਜਿਲਦ 90 ਪੇਜ 470 ਉਹਦੇ ਇਹ ਗੱਲਾਂ ਲਿਖੀਆਂ ਮਿਲਦੀਆਂ ਹਨ। ਮੌਲਾਨਾ ਆਜ਼ਾਦ ਜੋ ਸਾਰੀ ਉਮਰ ਮਹਾਤਮਾ ਗਾਂਧੀ ਦਾ ਵਫਾਦਾਰ ਰਿਹਾ ਤੇ ਮੁਸਲਮਾਨ ਉਹਨੂੰ ਸ਼ੋ ਬॉय ਆਫ ਕਾਂਗਰਸ ਕਹਿ ਕੇ ਬੁਲਾਉਂਦੇ ਸਨ। ਸ਼ੋ ਬॉय ਆਫ ਕਾਂਗਰਸ।
अपनी किताब इंडिया विंस फ्रीडम दे ਉਹਦੇ ਜਿਹੜੀ 30 ਸਫ਼ਿਆਂ ਵਿੱਚ ਉਹਦੀ ਮੌਤ ਤੋਂ 30 ਸਾਲ ਮਗਰੋਂ ਛਾਪੇ ਗਏ ਹਨ। ਗਾਂਧੀ ਤੇ ਨਹਿਰੂ ਦੀ ਸਾਰੀ ਜਿਹੜੀ ਜੋ ਲਫ਼ਜ਼ ਕਹਿ ਲਈਏ ਫਿਰਕਾ ਪ੍ਰਸਤੀ ਸੀ ਉਹਦਾ ਪਰਦਾਫਾਸ਼ ਕੀਤਾ। ਇਹ ਕੁਝ ਗੱਲਾਂ ਹਨ ਜਿਹੜੀਆਂ ਉਸ ਵੇਲੇ ਵਾਪਰਦੀਆਂ ਰਹੀਆਂ। ਮੈਂ ਵਾਅਦਿਆਂ ਦੀ ਗੱਲ ਆਪ ਜੀ ਨਾਲ ਹੁਣੇ ਕਰਦਾ ਹਾਂ। ਮੈਂ ਦੂਜੇ ਲਫ਼ਜ਼ਾਂ 'ਚ ਕਹਿ ਸਕਦਾ ਹਾਂ ਕਿ ਸ਼ੇਰਾਂ ਦੀ ਫੌਜ ਦੇ ਗਧੇ ਜਰਨੈਲ ਬਣ ਗਏ। ਸਿੱਖ ਸ਼ੇਰਾਂ ਦੀ ਫੌਜ ਸੀ ਤੇ ਜਰਨੈਲ ਜਿਹੜੀ ਸੀ ਬਾਗਡੋਰ ਉਹ ਗਧਿਆਂ ਦੇ ਹੱਥ ਵਿੱਚ ਦੇ ਦਿੱਤੀ ਗਈ। ਦੂਜੇ ਲਫ਼ਜ਼ਾਂ 'ਚ ਆਪਾਂ ਇਹ ਗੱਲ ਕਰ ਸਕਦੇ। ਮੁਸਲਿਮ ਲੀਗ, ਕਾਂਗਰਸ ਤੇ ਸਿੱਖ ਆਪੋ ਆਪਣੇ ਮੈਂਬਰ ਵਧਾਉਣ ਤੱਕ ਸੀਮਤ ਰਹੇ। ਮੁਸਲਿਮ ਲੀਗ ਮੁਸਲਮਾਨਾਂ ਦੇ ਹਿੱਤਾਂ ਬਾਰੇ ਸੋਚਦੀ ਸੀ। ਹਿੰਦੂਆਂ ਦੀ ਪਾਰਟੀ ਕਾਂਗਰਸ ਨਾਲ ਕਿਸੇ ਤਰ੍ਹਾਂ ਵੀ ਭਰੋਸਾ ਨਹੀਂ ਸੀ ਕਰਦੀ, ਆਪਣੇ ਹਿੱਤਾਂ ਤੇ ਉਹ ਪਹਿਰਾ ਦਿੰਦੀ ਸੀ। ਦੂਜੇ ਪਾਸੇ ਅਕਾਲੀ ਦਲ ਸਿੱਖਾਂ ਦੀ ਪਾਰਟੀ ਸੀ, ਪਰ ਅਕਾਲੀ ਆਗੂਆਂ ਨੂੰ ਪੰਥ ਦਾ ਸਾਂਝਾ ਹਿੱਤ ਵੀ ਜਦੋਂ ਹੁੰਦਾ ਤਾਂ ਵੀ ਧੜੇਬੰਦੀ ਵਿੱਚ ਜਾ ਕੇ ਖੜਾ ਕਰ ਦਿੰਦਾ। ਇਹ ਆਪੋ ਜੀ ਪਾਟੇ ਰਹਿੰਦੇ। ਬਹੁਤ ਸਾਰੇ ਮੌਕਿਆਂ ਦੇ ਮੂਰਖਾਂ ਵਾਂਗੇ ਕਹਿ ਲਵਾਂ ਕਿ ਅੱਖਾਂ ਮੀਟ ਕੇ ਹੀ ਕਿਸੇ ਗੱਲ ਦੀ ਹਾਮੀ ਭਰ ਦੇਣੀ, ਇੱਕ ਦੂਜੇ ਦੇ ਖਿਲਾਫ ਆ ਕੇ ਬਿਆਨ ਜਿਹੜੇ ਸੀ ਜਾਰੀ ਕਰ ਦੇਣੇ। ਉਹਨਾਂ ਦੀ ਸੂਝ-ਬੂਝ ਵਿੱਚ ਇਹ ਨਹੀਂ ਸੀ ਸਮਝ ਆਉਂਦੀ ਕਿ ਇਹ ਜੇ ਬਿਆਨ ਉਹ ਕਿਉਂ ਦਿੰਦੇ ਨੇ, ਵੀ ਜੇ ਕੌਮ ਦਾ ਘਰ ਦੇਸ਼ ਬਣਾਉਣ ਬਾਰੇ ਉਹ ਸੋਚ ਹੀ ਨਹੀਂ ਸਕੇ, ਫਿਰ ਵਾਧੂ ਮਸਲਿਆਂ ਵਿੱਚ ਐਜੀਟੇਸ਼ਨ, ਬਿਆਨਬਾਜ਼ੀ ਤੇ ਹੋਰ ਗੱਲਾਂ ਕਿਉਂ ਕਰਦੇ ਨੇ। ਇਹ ਗੱਲਾਂ ਕੁਝ ਸਮਝ ਵਿੱਚ ਨਹੀਂ ਆਉਂਦੀਆਂ ਵੀ ਇੰਨਾ ਭਰੋਸਾ ਜਿਹੜਾ ਸੀ ਉਹ ਕਿਵੇਂ ਰੱਖਿਆ ਗਿਆ। ਸਿੱਖਾਂ ਨੂੰ ਚਾਹੀਦਾ ਸੀ ਕਿ ਫਿਰਕੂ ਫੈਸਲੇ ਦਾ ਸਵਾਲ ਛੱਡ ਕੇ ਪੰਜਾਬ ਦੀ ਵੰਡ ਦੀ ਗੱਲ 1932 ਵਿੱਚ ਕਰਦੇ ਤੇ ਇਹਦੇ ਲਈ ਉਸ ਆਪਣੀ ਜਦੋਜਹਿਦ ਕਰਦੇ। ਸਿੱਖਾਂ ਨੇ ਪੰਜਾਬ ਦੇ 3 ਹਿੱਸਿਆਂ ਦੀ ਮੰਗ ਕਰਨੀ ਚਾਹੀਦੀ ਸੀ। ਇੱਕ ਸਿੰਧ ਤੋਂ ਜੇਹਲਮ ਤੱਕ, ਦੂਜਾ ਜੇਹਲਮ ਤੋਂ ਜਮਨਾ ਤੱਕ ਤੇ ਤੀਜਾ ਜਮਨਾ ਤੋਂ ਪਾਰ, ਜਿਸ ਵਿੱਚ ਰੋਹਤਕ, ਗੁੜਗਾਉਂ ਤੇ ਹੋਰ ਹਰਿਆਣਵੀ ਜਾਂ ਬਾਂਗਰੂ ਬੋਲੀ ਦੇ ਇਲਾਕੇ ਆਉਂਦੇ ਹਨ। ਇਹ ਤਿੰਨੇ ਸੂਬੇ ਜੇ ਆਪਾਂ ਕਹਿ ਲਈਏ ਮੁਸਲਮਾਨ, ਸਿੱਖ ਤੇ ਹਰਿਆਣਵੀ, ਹਿੰਦੂ, ਜਾਨੀ 3 ਕੌਮਾਂ ਦੇ ਸੂਬੇ ਕਹੇ ਜਾ ਸਕਦੇ, ਉਸ ਵੇਲੇ ਕਹੇ ਜਾਂਦੇ ਸਨ। ਅੰਗਰੇਜ਼ਾਂ ਵੱਲੋਂ ਆਜ਼ਾਦ ਕੀਤੇ ਜਾਣ ਸਮੇਂ ਇਹ ਪੂਰਬੀ ਪੰਜਾਬ ਜਿਹੜਾ ਸੀ ਇਹ ਉਸ ਵੇਲੇ ਇੱਕ ਸਿੱਖ ਸਟੇਟ ਬਣ ਸਕਦਾ ਸੀ। 17 ਅਗਸਤ 1932 ਨੂੰ ਅੰਗਰੇਜ਼ ਸਰਕਾਰ ਦੇ ਅਵਾਰਡ, ਜਿਹਨੂੰ ਫਿਰਕੂ ਫੈਸਲਾ ਕਹਿੰਦੇ ਹਨ, ਉਸ ਦਾ ਐਲਾਨ ਤੋਂ ਲੈ ਕੇ 1934 ਤੱਕ ਪੰਜਾਬ ਵਿੱਚ ਸਿੱਖ ਸ਼੍ਰੋਮਣੀ ਅਕਾਲੀ ਦੀ ਅਗਵਾਈ ਹੇਠ ਉਸ ਅਵਾਰਡ ਦੀ ਜਾਂ ਫਿਰਕੂ ਫੈਸਲੇ ਦੀ ਵਿਰੋਧਤਾ ਕਰਦੇ ਰਹੇ। ਕਾਂਗਰਸ ਫਿਰਕੂ ਗਲਬਾ ਹੋਣ ਕਰ ਸਿੱਖਾਂ ਦੀ ਹਮਾਇਤ ਬਾਰੇ ਸੋਚਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਸਿੱਖ ਪਾਰਟੀਆਂ ਦੇਖੋ ਕਿ ਲੜਨ ਦੇ ਐਲਾਨ ਦੇ ਬਾਵਜੂਦ ਆਪਣੀ ਧੜੇਬੰਦੀ ਤੇ ਦੇ ਵਿੱਚ ਹੀ ਫਸੀਆਂ ਰਹੀਆਂ। ਇਸ ਮਾਹੌਲ ਵਿੱਚ ਬਹੁਤੇ ਸਿੱਖ ਕਾਂਗਰਸ ਤੋਂ ਵੀ ਨਾਰਾਜ਼ ਜ਼ਰੂਰ ਹੋਏ। ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਿੱਚ ਇੱਕ ਥੋੜੀ ਜਿਹੀ ਵਿੱਥ ਵੀ ਇੱਥੇ ਆ ਕੇ ਪੈਂਦੀ ਹੈ। 1934 ਵਿੱਚ ਕਾਂਗਰਸ ਦਾ ਇੱਕ ਇਜਲਾਸ ਬੰਬਈ ਵਿੱਚ ਹੁੰਦਾ ਹੈ। 27 ਅਕਤੂਬਰ ਨੂੰ ਪੰਡਿਤ ਮਦਨ ਮੋਹਨ ਮਾਲਵੀਆ ਨੇ ਕਾਂਗਰਸ ਦੀ ਮੀਟਿੰਗ ਵਿੱਚ ਫਿਰਕੂ ਫੈਸਲਾ ਰੱਦ ਕਰੋ ਇੱਕ ਤਰਮੀਮ ਜਿਹੜੀ ਸੀ ਉਹ ਪੇਸ਼ ਕੀਤੀ, ਪਰ ਕੁਝ ਵੋਟਾਂ ਦੇ ਕਾਰਨ ਪਾਸ ਨਹੀਂ ਹੋ ਸਕੀ। ਸਰਦਾਰ ਸਰਦੂਲ ਸਿੰਘ ਜੀ ਕਮਿਸ਼ਨਰ ਉਸ ਵੇਲੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਸਨ। ਗੋਪਾਲ ਸਿੰਘ ਕੌਮੀ ਇਹ ਕਹਿ ਕੇ ਉੱਠਾ ਹੈ ਕਿ ਕਾਂਗਰਸ ਨੇ ਸਿੱਖਾਂ ਨੂੰ ਨਾਰਾਜ਼ ਕਰ ਲਿਆ ਹੈ। ਇਹ ਖਬਰਾਂ ਰੋਜ਼ਾਨਾ ਅਕਾਲੀ ਪੱਤਰਿਕਾ 29 ਅਕਤੂਬਰ 1934 ਦੀ ਅਖਬਾਰ ਵਿੱਚ ਛਪੀਆਂ ਹੋਈਆਂ ਜਿਹੜੀਆਂ ਉਹਨਾਂ ਦੇ ਬਿਆਨ। ਇਸ ਦੇ ਬਾਵਜੂਦ ਵੀ ਕਾਂਗਰਸ ਵਿੱਚ ਬੈਠੇ ਇਹ ਜਿਹੜੇ ਆਗੂ ਸੀ ਉਹ ਸਿੱਖਾਂ ਦੀ ਪਰਵਾਹ ਕਰਨ ਵਾਸਤੇ ਤਿਆਰ ਨਹੀਂ ਸਨ। ਇਹਨਾਂ ਦਿਨਾਂ ਦੇ ਵਿੱਚ ਇੱਕ ਸ਼ਹੀਦਗੰਜ ਲਾਹੌਰ ਦਾ ਮੋਰਚਾ ਜਿਹੜਾ ਸੀ ਲੱਗਿਆ, ਪਰ ਇਹਦੇ ਮੋਰਚੇ ਵਿੱਚ ਵੀ ਭਾਰਤੀ ਆਗੂਆਂ ਨੇ ਸਿੱਖਾਂ ਦੀ ਮਦਦ ਨਹੀਂ ਕੀਤੀ, ਨਾ ਹੀ ਬਹੁਤਾ ਸਿੱਖਾਂ ਦੇ ਨਾਲ ਸਪੋਰਟ ਕਰਨ ਦੀ ਗੱਲ ਕੀਤੀ।
ਫਿਰ ਜਦੋਂ ਇਹ ਰਿਜ਼ਲਟ ਨਿਕਲਦੇ ਹਨ ਤੇ ਜਦੋਂ ਇਹ ਇਹੋ ਜਿਹੀ ਹਾਲਾਤ ਬਣਦੀ ਹੈ ਤਾਂ ਫਿਰ ਸਿੱਖਾਂ ਨੂੰ ਤਿੰਨ ਚੀਜ਼ਾਂ ਦੇਖੀਆਂ ਵੀ ਕਾਂਗਰਸ ਦਾ ਰੋਲ ਕੀ ਹੈ ਸਾਡੇ ਨਾਲ। ਤਿੰਨ ਕਾਂਗਰਸ ਦੇ ਵਿਰੋਧੀ ਬਣਨ ਦੇ ਤਿੰਨ ਕਾਰਨ ਸਾਹਮਣੇ ਆਏ। ਇੱਕ ਸੀ ਸਿੱਖਾਂ ਨੂੰ ਝਟਕੇ ਦੀ ਇਜਾਜ਼ਤ ਸੰਬੰਧੀ ਕਾਂਗਰਸ ਦਾ ਰੋਲ, ਸ਼ਹੀਦਗੰਜ ਦੇ ਮਸਲੇ ਤੇ ਚੁੱਪ ਰਹਿਣਾ, ਤੇ ਤੀਜਾ ਸੀ ਫਿਰਕੂ ਫੈਸਲੇ ਦੀ ਮੁਖਾਲਫਤ ਨਾ ਕਰਨਾ। ਤਿੰਨ ਕਾਰਨ ਸਨ ਜਿਹਦੇ ਸਿੱਖਾਂ ਤੇ ਕਾਂਗਰਸ ਦੇ ਵਿੱਚ ਫੁੱਟ ਜਿਹੜੀ ਸੀ ਉਦੋਂ ਪੈਂਦੀ ਗਈ। ਤਾਂ 3 ਜੁਲਾਈ 1936 ਨੂੰ ਮਾਸਟਰ ਤਾਰਾ ਸਿੰਘ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ, ਕਾਂਗਰਸ ਤੇ ਇਸ ਕਰਕੇ ਯਕੀਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸਨੇ ਸ਼ਹੀਦਗੰਜ ਗੁਰਦੁਆਰੇ ਦੇ ਝਗੜੇ ਵਰਗੇ ਮਸਲੇ ਵੇਲੇ ਸਿੱਖ ਪੱਖ ਦੀ ਠੀਕ ਹਮਾਇਤ ਕਰਨ ਤੋਂ ਵੀ ਹਿਚਕਿਚਾਹਟ ਦਿਖਾਈ ਸੀ। ਜੇ ਮੁਸਲਮਾਨ ਦਰਬਾਰ ਸਾਹਿਬ ਤੇ ਹਮਲਾ ਕਰਨਗੇ ਤਾਂ ਵੀ ਕਾਂਗਰਸ ਨਿਰਪੱਖ ਰਹੇਗੀ ਤੇ ਸਿੱਖਾਂ ਦੇ ਕਤਲੇਆਮ ਤੱਕ ਦੀ ਨਿੰਦਾ ਨਹੀਂ ਕਰੇਗੀ। ਮੈਂ ਉਸ ਕਾਂਗਰਸ ਦਾ ਗਦਾਰ ਹਾਂ ਜਿਹੜੀ ਮੁਸਲਮਾਨਾਂ ਦੇ ਅਸਰ ਹੇਠਾਂ ਚੱਲ ਰਹੀ ਹੈ। ਮੈਂ ਅਜਿਹਾ ਤਦ ਤੱਕ ਕਰਾਂਗਾ ਜਦ ਤੱਕ ਕਾਂਗਰਸ ਮੁਸਲਮਾਨਾਂ ਦੇ ਗਲਵੇ ਵਿੱਚੋਂ ਬਾਹਰ ਨਹੀਂ ਨਿਕਲ ਆਉਂਦੀ। ਪਰ ਜੇ ਕਾਂਗਰਸ ਨੇ ਦੇਸ਼ ਦੀ ਆਜ਼ਾਦੀ ਲਈ ਜਦੋਜਹਿਦ ਸ਼ੁਰੂ ਕੀਤੀ ਤਾਂ ਉਸ ਆਜ਼ਾਦੀ ਦੀ ਲੜਾਈ ਵਿੱਚ ਮੈਂ ਸਭ ਤੋਂ ਅੱਗੇ ਹੋ ਕੇ ਲੜਾਂਗਾ। ਇਹ ਜਿਹੜਾ ਬਿਆਨ ਸੀ, ਮੈਂ ਫਿਰ ਬੇਨਤੀ ਕਰਦਿਆਂ ਸਿੱਖ ਆਗੂਆਂ ਦੀ ਆਪਸੀ ਸੁਲ੍ਹਾ ਨਾ ਹੋਣ ਦਾ ਰਿਜ਼ਲਟ ਜਿਹੜਾ ਸੀ, ਨਤੀਜਾ ਜਿਹੜਾ ਸੀ, ਅਸੀਂ ਖਮਿਆਜਾ ਭੁਗਤਦੇ ਰਹੇ। ਜਦੋਂ ਇਹ ਬਿਆਨ ਮਾਸਟਰ ਤਾਰਾ ਸਿੰਘ ਨੇ ਦਿੱਤਾ ਤਾਂ ਹੀਰਾ ਸਿੰਘ ਦਰਦ ਨੇ ਇੱਕ ਬੜੀ ਤੇਜ਼ੀ ਨਾਲ ਇੱਕ ਬਿਆਨ ਹੋਰ ਦਿੱਤਾ। ਉਹਦੇ ਚ ਮਾਸਟਰ ਤਾਰਾ ਸਿੰਘ ਤੇ ਲੇਬਲ ਲਾਤਾ ਸਾਡਾ ਔਰੰਗਜ਼ੇਬ ਹੈ, ਇਹੋ ਜਿਹਾ ਲੇਬਲ ਲਾਤਾ। ਦੇਖੋ, ਇਹ ਮੈਨੂੰ ਇੱਕ ਗੱਲ ਹੋਰ ਜੋ ਵਿਚਾਰਨ ਵਾਲੀ ਹੈ, ਉਹ ਇਤਿਹਾਸ ਤੇ ਹੁਣ ਦੇ ਇਤਿਹਾਸ ਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਅੱਜ ਦੀ ਸਰਕਾਰਾਂ ਸਾਡੀ ਫੁੱਟ ਦਾ ਫਾਇਦਾ ਨਹੀਂ ਉਠਾ ਰਹੀਆਂ। ਅੱਜ ਦੇਖੋ ਜਿੰਨੇ ਧੜੇ ਸਾਡੇ ਵਿੱਚ ਹਨ, ਇੱਕ ਬੰਦਾ ਸਿੱਖੀ ਦੀ ਗੱਲ ਕਰਦਾ ਹੈ, ਦੂਜਾ ਉਹਦੀ ਹਮਾਇਤ ਕਰਨ ਦੀ ਬਜਾਏ ਵਿਰੋਧਤਾ ਕਰਨੀ ਹੈ। ਕਿਉਂਕਿ ਰਾਜਨੀਤੀ ਦੇ ਵਿੱਚ ਲਿਖਿਆ ਹੈ ਵੀ ਅਸੀਂ ਕਿਸੇ ਵਿਰੋਧਤਾ ਕਰਨੀ ਹੈ, ਭਾਵੇਂ ਠੀਕ ਹੋਵੇ ਭਾਵੇਂ ਗਲਤ ਹੋਵੇ। ਅਸੀਂ ਉਹ ਸਿਆਸਤ ਨਹੀਂ ਸਿੱਖੀ। ਮੈਂ ਇੱਕ ਹੋਰ ਵੀ ਬੇਨਤੀ ਕਰਦਾ, ਇੱਕ ਫੁਲਵਾੜੀ ਪਰਚਾ ਛਪਦਾ ਸੀ 1932 ਦੇ ਵਿੱਚ। ਹਾਲਾਂ ਹੀਰਾ ਸਿੰਘ ਦਰਦ ਨੇ ਮਾਸਟਰ ਤਾਰਾ ਸਿੰਘ ਬਾਰੇ ਕਵਿਤਾ ਲਿਖੀ ਸੀ, ਬੜੀ ਕਮਾਲ ਦੀ। ਉਸ ਕਵਿਤਾ ਦੀਆਂ ਲਾਈਨਾਂ ਵੀ ਬੜੀਆਂ ਕਮਾਲ ਦੀਆਂ ਹਨ, ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ। ਤਾਰੇ ਚਮਕਦੇ ਬਹੁਤ ਅਸਮਾਨ ਉੱਤੇ, ਇੱਕ ਇਹ ਚਮਕਿਆ ਧਰਤ ਤੇ ਆਨ ਤਾਰਾ। ਤਾਰੇ ਚਮਕਦੇ ਬਹੁਤ ਅਸਮਾਨ ਉੱਤੇ, ਇੱਕ ਇਹ ਚਮਕਿਆ ਧਰਤ ਤੇ ਆਨ ਤਾਰਾ। ਜਿਵੇਂ ਘੋਲੀਆਂ ਜਾਨ ਉਹ ਚੰਨ ਉੱਤੋਂ, ਹੋਇਆ ਪੰਥ ਤੋਂ ਇਹ ਕੁਰਬਾਨ ਤਾਰਾ। ਮਾਨ ਉਹਨਾਂ ਨੂੰ ਮੰਗਵੀ ਰੋਸ਼ਨੀ ਤੇ, ਰੋਸ਼ਨ ਆਪੇ ਸੂਰਜ ਸਮਾਨ ਤਾਰਾ। ਡਰਦੇ ਛੁਪਨ ਉਹ ਸੂਰਜ ਤੋਂ ਜ਼ੁਲਮ ਕੋਲੋਂ, ਡਟਿਆ ਰਹੇ ਇਹ ਵਿੱਚ ਮੈਦਾਨ ਤਾਰਾ। ਹੈ ਨਿਰਮਾਨ ਨਿਸ਼ਕਾਮ ਤੇ ਮਰਦ ਸੱਚਾ, ਮਾਨ ਪੰਥ ਤੋਂ ਤਾਈਓ ਇਹ ਪਾਉਂਦਾ ਏ। ਤੂੰ ਵੀ ਇਸ ਦੀ ਹੋਰ ਕੀ ਦਰਦ ਦੱਸੇ, ਸੂਰਜ ਹੋ ਕੇ ਵੀ ਤਾਰਾ ਸਦਾਉਂਦਾ ਹੈ। ਇਹ 1932 ਦੇ ਵਿੱਚ ਇਹ ਕਵਿਤਾ ਛਪੀ ਸੀ, ਮਾਸਟਰ ਤਾਰਾ ਸਿੰਘ ਦੇ ਹੀਰਾ ਸਿੰਘ ਦਰਦ ਦੀ ਲਿਖੀ ਹੋਈ। ਪਰ ਬਾਅਦ ਵਿੱਚ ਆਪਸੀ ਇਹ ਵਿਰੋਧ ਕਰਕੇ, ਇਹ ਦੋਨਾਂ ਦੀ ਫੁੱਟ ਕਰਕੇ ਕੌਮ ਨੂੰ ਬਹੁਤ ਵੱਡਾ ਨੁਕਸਾਨ ਜਿਹੜਾ ਸੀ ਉਹ ਹੋਇਆ। ਸ਼੍ਰੋਮਣੀ ਅਕਾਲੀ ਦਲ ਤੇ ਖਾਲਸਾ ਦਰਬਾਰ ਨੇ ਮਿਲ ਕੇ ਫਿਰ ਚੋਣਾਂ ਲੜਨ ਦਾ ਐਲਾਨ ਕੀਤਾ। ਜਿਹੜੀਆਂ ਚੋਣਾਂ ਆ ਰਹੀਆਂ ਸੀ 1936 ਦੀਆਂ, ਇਹ ਚੋਣਾਂ ਦੀ ਗੱਲ ਮੈਂ ਕਰ ਰਿਹਾ ਹਾਂ। ਚੋਣਾਂ ਲੜ ਰਹੇ ਉਮੀਦਵਾਰਾਂ ਨੇ ਪ੍ਰਣ ਕੀਤਾ ਕਿ ਉਹ ਯੂਨੀਅਸਟ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰਨਗੇ। ਸਾਂਝੇ ਚੋਣ ਬੋਰਡ ਦੇ 19 ਨੁਕਾਤੀ ਇੱਕ ਮੈਨੀਫੈਸਟੋ ਜਾਰੀ ਕੀਤਾ ਗਿਆ, ਜਿਹੜਾ 20 ਜੂਨ 1936 ਦੀ ਟ੍ਰਿਬਿਊਨ ਅਖਬਾਰ ਦੇ ਵਿੱਚ ਉਹ ਪੂਰੀ ਤਰ੍ਹਾਂ ਛਪਿਆ। ਉਹਦੇ ਨੁਕਤੇ ਕੁਛ ਇਸ ਤਰ੍ਹਾਂ ਹਨ: ਪੂਰੀ ਆਜ਼ਾਦੀ ਵਾਸਤੇ ਲੜਾਈ ਅਤੇ ਉਹਨਾਂ ਪਾਰਟੀਆਂ ਨਾਲ ਮਿਲਵਰਤਨ ਜੋ ਇਸ ਬਾਰੇ ਵਿੱਚ ਜੱਜੋਜਹਿਦ ਕਰਨਗੀਆਂ। ਨੰਬਰ 1। ਨੰਬਰ 2, ਫਿਰਕੂ ਫੈਸਲੇ ਦੀ ਡਟਵੀਂ ਮੁਖਾਲਫਤ ਕਰਨਾ ਤੇ ਇਸ ਦੀ ਥਾਂ ਤੇ ਸਾਂਝੇ ਤੇ ਕੌਮੀ ਹੱਲ ਦੀ ਭਾਲ ਕਰਨਾ। ਨੰਬਰ 3, ਸਾਰੇ ਮਾਰੂ ਕਾਨੂੰਨਾਂ ਨੂੰ ਖਤਮ ਕਰਾਉਣਾ। ਨੰਬਰ 4, ਕੌਮੀ ਮਫਾਦ ਦੇ ਖਿਲਾਫ ਕਾਨੂੰਨਾਂ ਦੇ ਤਰੀਕਿਆਂ ਦਾ ਖਾਤਮਾ ਕਰਵਾਉਣਾ। ਨੰਬਰ 5, ਸਾਰੇ ਸਿਆਸੀ ਕੈਦੀਆਂ ਤੇ ਨਜ਼ਰਬੰਦਾਂ ਦੀ ਰਿਹਾਈ ਵਾਸਤੇ ਕੋਸ਼ਿਸ਼ ਕਰਨਾ। ਨੰਬਰ 6, ਜਾਤ ਪਾਤ ਤੇ ਛੂਤ ਛਾਤ ਦਾ ਖਾਤਮਾ ਕਰਨਾ। ਨੰਬਰ 7, ਆਮ ਜਨਤਾ ਦੀ ਤਰੱਕੀ ਤੇ ਪਿੱਛੇ ਰਹੀਆਂ ਜਮਾਤਾਂ ਨੂੰ ਉੱਚਾ ਉਠਾਉਣਾ। 8,
ਮੁੱਢਲੇ ਹੱਕਾਂ, ਪੇਸ਼ਾ, ਧਰਮ ਅਤੇ ਬੋਲਣ ਦੀ ਆਜ਼ਾਦੀ ਵਾਸਤੇ ਕੋਸ਼ਿਸ਼ ਕਰਨਾ, ਪੇਂਡੂ ਕਰਜ਼ਿਆਂ ਤੋਂ ਛੁਟਕਾਰਾ ਦਿਵਾਉਣਾ, ਗਰੀਬਾਂ ਦੀ ਬਿਹਤਰੀ ਵਾਸਤੇ ਅਮੀਰਾਂ ਉੱਤੇ ਵਾਧੂ ਟੈਕਸ ਲਾਉਣੇ, ਇਨਕਮ ਟੈਕਸ ਦੀ ਤਰਜ਼ ਉੱਤੇ ਮਾਲੀਆ ਲਗਾਉਣਾ, ਫਿਰਕੂ ਫੈਸਲੇ ਦੀ ਮੁਖਾਲਫਤ ਨਾ ਕਰਨ ਵਾਲੀ ਵਜ਼ਾਰਤ ਦੀ ਮੁਖਾਲਫਤ ਕਰਨਾ, ਉਸ ਦੀ ਥਾਂ ਅਜਿਹੀ ਵਜ਼ਾਰਤ ਬਣਾਉਣ ਦੀ ਕੋਸ਼ਿਸ਼ ਕਰਨਾ ਜੋ 1935 ਦਾ ਆਇਨ ਬਦਲੇ ਦੇ ਲੋਕਾਂ ਨੂੰ ਮਨਜ਼ੂਰ ਹੋਣ ਵਾਲਾ ਆਇਨ ਬਣਾਏ। ਆਇਨ ਦਾ ਮਤਲਬ ਕਾਨੂੰਨ ਬਣਾਏ। ਫੌਜ ਨੂੰ ਪੂਰੀ ਤਰ੍ਹਾਂ ਭਾਰਤੀ ਬਣਾਉਣਾ, ਸਿੱਖਾਂ ਦੇ ਸਾਰੇ ਸਹੀ ਹੱਕਾਂ ਦੀ ਹਿਫਾਜ਼ਤ ਕਰਨਾ, ਸਿੱਖਾਂ ਨੂੰ ਕਿਰਪਾਨ ਦੀ ਆਜ਼ਾਦੀ ਦਿਵਾਉਣਾ, ਸ਼ਹੀਦਗਾਹ ਤੇ ਮੁਸਲਮਾਨਾਂ ਦੀ ਕਬਜ਼ਾ ਕਰਨ ਦੀ ਸਾਜ਼ਿਸ਼ ਦਾ ਹਰ ਤਰ੍ਹਾਂ ਨਾਲ ਮੁਕਾਬਲਾ ਕਰਨਾ, ਸ਼੍ਰੋਮਣੀ ਕਮੇਟੀ ਦੀ ਮਰਜ਼ੀ ਮੁਤਾਬਕ 1925 ਦੇ ਗੁਰਦੁਆਰਾ ਐਕਟ ਵਿੱਚ ਤਰਮੀਮ ਕਰਵਾਉਣਾ ਜੋ ਅੱਜ ਤੱਕ ਨਹੀਂ ਹੋਈ। ਆ ਬਿਆਨਾ ਪਾਣੀ ਦਾ ਦਰ, ਪਾਣੀ ਦੇ ਉੱਤੇ ਜੋ ਟੈਕਸ ਲੱਗਦਾ ਸੀ ਉਹਨੂੰ ਘੱਟ ਕਰਨਾ, ਦੇਸੀ ਤੇ ਘਰੇਲੂ ਦਸਤਕਾਰੀ ਦਾ ਪ੍ਰਚਾਰ ਕਰਕੇ ਬੇਰੁਜ਼ਗਾਰੀ ਘਟਾਉਣਾ। ਇਹ 19 ਮੈਂਬਰੀ 19 ਨੁਕਾਤੀ ਜਿਹੜਾ ਪ੍ਰੋਗਰਾਮ ਸੀ ਇਹ ਪੇਸ਼ ਕੀਤਾ ਗਿਆ। ਉਸ ਤੋਂ ਬਾਅਦ ਇਹ ਇਤਿਹਾਸ ਇਸ ਤਰ੍ਹਾਂ ਆંકੜਿਆਂ ਨੂੰ ਦੁਹਰਾਉਂਦਾ ਰਿਹਾ। ਮੈਂ ਸਰਵਾਬ ਜੀ ਦੇ ਨਾਲ ਜੋ ਕੁਝ ਵਾਅਦੇ ਸਿੱਖ ਆਗੂਆਂ ਵੱਲੋਂ ਕੀਤੇ ਗਏ ਉਹ ਆਪ ਜੀ ਨਾਲ ਸਾਂਝੇ ਕਰਾਂਗਾ ਤਦ ਕਿ ਅਸੀਂ ਅੱਗੇ ਨੂੰ ਤੁਰੀਏ। ਕਾਂਗਰਸ ਵੱਲੋਂ ਇਹੋ ਜਿਹੇ ਕਤਈ ਤੇ ਪੱਕੇ ਭਰੋਸੇ ਸਿੱਖ ਕੌਮ ਨੂੰ ਦੇਸ਼ ਦੇ ਬਟਵਾਰੇ ਅਤੇ ਉਸ ਤੋਂ ਵੀ ਥੋੜਾ ਕੁ ਸਮਾਂ ਬਾਅਦ ਤੱਕ ਦਿੱਤੇ ਜਾਂਦੇ ਰਹੇ। 1947 ਤੋਂ ਪਹਿਲਾਂ ਗੁਰਦੁਆਰਾ ਸੀਸਗੰਜ ਦਿੱਲੀ ਦਾ ਜਿਹੜਾ ਮੈਂ ਆਪ ਜੀ ਨਾਲ ਗੱਲ ਕਰ ਚੁੱਕਾ ਹਾਂ, ਉਹਦੇ ਵਿੱਚ ਜਦੋਂ ਸਰਦਾਰ ਮਧੂਸੂਦਨ ਸਿੰਘ ਨੇ ਕਾਂਗਰਸ ਵੱਲੋਂ ਸਿੱਖ ਕੌਮ ਨੂੰ ਦਿੱਤੇ ਜਾ ਰਹੇ ਭਰੋਸਿਆਂ ਬਾਰੇ ਆਪਣੇ ਤੋਖਲੇ ਪ੍ਰਗਟ ਕੀਤੇ ਤਾਂ ਮਹਾਤਮਾ ਗਾਂਧੀ ਦਾ ਜਿਹੜਾ ਬਿਆਨ ਸੀ ਮੈਂ ਆਪ ਜੀ ਨੂੰ ਪਹਿਲਾਂ ਹੀ ਸੁਣਾ ਚੁੱਕਾ। ਫਿਰ ਦੁਬਾਰਾ ਪੜ੍ਹ ਰਿਹਾ ਹਾਂ ਮਹਾਤਮਾ ਗਾਂਧੀ ਦਾ ਬਿਆਨ ਜੋ ਸੀਸਗੰਜ ਦੇ ਵਿੱਚ ਉਹਨਾਂ ਨੇ ਦਿੱਤਾ। ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਬਚਨਾਂ ਤੇ ਕਾਂਗਰਸ ਵੱਲੋਂ ਪਾਸ ਕੀਤੇ ਗਏ ਮਤਿਆਂ ਤੇ ਯਕੀਨ ਰੱਖੋ। ਤੁਹਾਡੀ ਸੁੱਚੀ ਕੌਮ ਨੂੰ ਧੋਖਾ ਦੇਣਾ ਤਾਂ ਇੱਕ ਪਾਸੇ ਰਿਹਾ, ਅਸੀਂ ਕਿਸੇ ਇੱਕ ਵਿਅਕਤੀ ਨਾਲ ਵੀ ਐਸਾ ਨਹੀਂ ਕਰ ਸਕਦੇ। ਜਦ ਕਦ ਕਾਂਗਰਸ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਪਣੀ ਬਰਬਾਦੀ ਨੂੰ ਆਪ ਸੱਦਾ ਦੇਵੇਗੀ। ਮੇਰੀ ਤੁਹਾਡੇ ਅੱਗੇ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀਂ ਆਪਣੇ ਹਿਰਦਿਆਂ ਵਿੱਚੋਂ ਅਜਿਹੇ ਤੱਥ ਤੋਖਲੇ ਖਤਮ ਕਰ ਦਿਓ। ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਹਾਂ ਕਿ ਜੋ ਵਾਅਦੇ ਮੇਰੇ ਵੱਲੋਂ ਤੇ ਮੇਰੇ ਕਾਂਗਰਸ ਵੱਲੋਂ ਤੁਹਾਡੀ ਕੌਮ ਨਾਲ ਕੀਤੇ ਹਨ ਉਹਨਾਂ ਨੂੰ ਅਸੀਂ ਹਰ ਕੀਮਤ ਤੇ ਨਿਭਾਵਾਂਗੇ। ਮੇਰੇ ਵਿਚਾਰ ਵਿੱਚ ਕਾਂਗਰਸ ਦਾ ਅਹਿੰਸਾ ਵਿਸ਼ਵਾਸ ਉਸ ਵੱਲੋਂ ਦਿੱਤੇ ਬਚਨਾਂ ਦੀ ਸਭ ਤੋਂ ਵੱਡੀ ਤੇ ਪੱਕੀ ਗਰੰਟੀ ਹੈ। ਇਸ ਲਈ ਸਾਡੇ ਸਿੱਖ ਭਰਾਵਾਂ ਨੂੰ ਇਹ ਸੋਚਣਾ ਤੱਕ ਵੀ ਨਹੀਂ ਚਾਹੀਦਾ ਉਹਨਾਂ ਨਾਲ ਕਦੇ ਕੋਈ ਧੋਖਾ ਜਾਂ ਫਰੇਬ ਕੀਤਾ ਜਾ ਸਕਦਾ ਹੈ, ਕਿਉਂਕਿ ਜਦ ਕਦੇ ਵੀ ਕਾਂਗਰਸ ਨੇ ਐਸਾ ਕਰਨ ਦੀ ਕੋਸ਼ਿਸ਼ ਕੀਤੀ ਉਹ ਆਪਣੇ ਤੇ ਆਪਣੇ ਦੇਸ਼ ਦੀ ਬਰਬਾਦੀ ਦਾ ਕਾਰਨ ਆਪ ਬਣੇਗੀ। ਇਸ ਤੋਂ ਇਲਾਵਾ ਸਿੱਖ ਇੱਕ ਬਹਾਦਰ ਕੌਮ ਹੈ, ਆਪਣੇ ਹੱਕਾਂ ਦੀ ਰਾਖੀ ਉਹਨਾਂ ਹਥਿਆਰਾਂ ਨਾਲ ਕਰਨਾ ਜਾਣਦੀ ਹੈ ਜੋ ਉਸ ਦੀ ਰਹਿਤ ਮਰਿਆਦਾ ਦਾ ਹਿੱਸਾ ਹੈ। ਇਹ ਬਿਆਨ ਜਿਹੜਾ ਸੀ ਉਸ ਵੇਲੇ ਆਇਆ। ਇਸ ਤੋਂ ਇਲਾਵਾ ਕਾਂਗਰਸ ਦੀ ਕਮੇਟੀ ਦੀ ਇੱਕ 5 ਜਨਵਰੀ 1947 ਦੇ ਵਿੱਚ ਇੱਕ ਮੀਟਿੰਗ ਹੋਈ ਵਰਕਿੰਗ ਕਮੇਟੀ ਦੀ, ਉਹਦੇ 'ਚ ਇੱਕ ਮਤਾ ਪਾਸ ਕੀਤਾ ਗਿਆ। ਉਹ ਸੀ ਬਰਤਾਨਵੀ ਕਬੀਨੇ ਦੀ 16 ਮਈ 1946 ਦੀ ਸਕੀਮ ਅਤੇ ਵਿਸ਼ੇਸ਼ ਕਰਕੇ ਇਸ ਤੇ ਜੋ ਅਰਥ ਬ੍ਰਿਟਿਸ਼ ਸਰਕਾਰ ਨੇ ਆਪਣੇ 16 ਦਸੰਬਰ 1946 ਦੇ ਬਿਆਨ ਵਿੱਚ ਕੱਢੇ ਹਨ ਉਹਨਾਂ ਦੁਆਰਾ ਅਸਾਮ, ਉੱਤਰ ਪੱਛਮੀ ਸੀਮਾ ਪ੍ਰਾਂਤ, ਪੰਜਾਬ ਦੀ ਸਿੱਖ ਕੌਮ ਨੂੰ ਜਿੰਨਾ ਵੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਆਲ ਇੰਡੀਆ ਕਾਂਗਰਸ ਕਮੇਟੀ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਇਸ ਸਕੀਮ ਦਾ ਕਦਾਚਿਤ ਸਮਰਥਨ ਨਹੀਂ ਕਰ ਸਕਦੀ ਕਿਉਂਕਿ ਉਹ ਕਿਸੇ ਵੀ ਫੈਸਲੇ ਨੂੰ ਠੋਸਣ ਦੇ ਵਿਰੁੱਧ ਹੈ। ਪੰਜਾਬ ਵਿੱਚ ਸਿੱਖ ਕੌਮ ਦੇ ਵਿਸ਼ੇਸ਼ ਅਧਿਕਾਰਾਂ ਨੂੰ ਤਾਂ ਕਦੇ ਵੀ ਅੱਖੋਂ ਓਲੇ ਨਹੀਂ ਕੀਤਾ ਜਾ ਸਕਦਾ। ਇਹ ਕਾਂਗਰਸ ਵਰਕਿੰਗ ਕਮੇਟੀ ਨੇ ਫਿਰ ਮਾਰਚ 1947 ਵਿੱਚ ਇੱਕ ਹੋਰ ਮਤਾ ਪਾਸ ਕੀਤਾ ਜਿਸ ਵਿੱਚ ਸੰਵਿਧਾਨਕ ਅਸੈਂਬਲੀ ਦੇ ਉਦੇਸ਼ਾਂ ਦਾ ਉਹਨਾਂ ਨੇ ਵਰਣਨ ਕੀਤਾ। ਇਸ ਸਿਧਾਂਤ ਦੀ ਵਿਸ਼ੇਸ਼ ਤੌਰ ਤੇ ਉਹਨਾਂ ਨੇ ਪੁਸ਼ਟੀ ਕੀਤੀ ਕਿ ਕੋਈ ਵੀ ਵਿਧਾਨ ਘੱਟ ਗਿਣਤੀ ਕੌਮਾਂ ਤੇ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਨਹੀਂ ਬਣਾਇਆ ਜਾਵੇਗਾ ਔਰ ਨਾ ਹੀ ਉਹਨਾਂ ਦੇ ਉੱਤੇ ਠੋਸਿਆ ਜਾਵੇਗਾ। ਭਾਰਤ ਦੇ ਸੰਵਿਧਾਨ ਨੂੰ ਕਿਸੇ ਵੀ ਸਿੱਖ ਪ੍ਰਤੀਨਿਧੀ ਨੇ ਅੱਜ ਤੱਕ ਮਾਨਤਾ ਨਹੀਂ ਦਿੱਤੀ ਕਿਉਂਕਿ ਇਸ ਨੂੰ ਤਿਆਰ ਕਰਨ ਸਮੇਂ ਇਹਦੇ ਬਣਾਉਣ ਵਾਲਿਆਂ ਵੱਲੋਂ ਸਿੱਖ ਕੌਮ ਨਾਲ ਕੀਤੇ ਗਏ ਵਾਅਦਿਆਂ ਨੂੰ ਛਿੱਕੇ ਤੇ ਟੰਗ ਕੇ ਸਿੱਖ ਕੌਮ ਨਾਲ ਪੂਰੀ ਹੱਠ ਧਰਮੀ ਜਾਂ ਇਹ ਕਹਿ ਲਈਏ ਬੇਸ਼ਰਮੀ ਤਰੀਕੇ ਦੇ ਨਾਲ ਧਰੋ ਕਮਾਇਆ ਗਿਆ ਸੀ।
ਇਸੇ ਕਾਰਨ ਉਸ ਸਮੇਂ ਸੰਵਿਧਾਨਕ ਅਸੈਂਬਲੀ ਦੇ 2 ਸਿੱਖ ਮੈਂਬਰਾਂ ਨੇ ਭਾਰਤੀ ਸੰਵਿਧਾਨ ਦੇ ਖਰੜੇ ਉੱਤੇ ਆਪਣੇ ਦਸਤਖਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਸਿੱਖ ਕੌਮ ਨਾਲ ਕੀਤੀ ਗਈ ਗਦਾਰੀ ਨੂੰ ਸਮਝਣ ਲਈ ਉਸ ਮਤੇ ਵੱਲ ਵੀ ਸਾਨੂੰ ਵਿਚਾਰ ਕਰ ਲੈਣਾ ਚਾਹੀਦਾ ਹੈ ਜੋ 9 ਦਸੰਬਰ 1946 ਨੂੰ ਕਨਸਟੀਟਿਊਸ਼ਨ ਅਸੈਂਬਲੀ ਦੇ ਪਹਿਲੇ ਇਜਲਾਸ ਵਿੱਚ ਪੇਸ਼ ਕੀਤਾ ਗਿਆ ਅਤੇ ਜਿਸ ਦੁਆਰਾ ਇੱਕ ਅਸੂਲ ਜਿਹੜਾ ਸੀ ਉਹ ਪ੍ਰਵਾਨ ਕੀਤਾ ਗਿਆ ਕਿ ਕੁਝ ਕੁ ਵਿਭਾਗਾਂ ਨੂੰ ਛੱਡ ਕੇ ਦੇਸ਼ ਦੇ ਸਾਰੇ ਪ੍ਰਾਂਤ ਆਪੋ ਆਪਣੇ ਖੇਤਰ ਵਿੱਚ ਮੁਕੰਮਲ ਤੌਰ ਤੇ ਖੁਦ ਮੁਖਤਿਆਰ ਹੋਣਗੇ। ਇਹ ਪੰਡਿਤ ਜਵਾਹਰ ਲਾਲ ਨਹਿਰੂ ਨੇ 9 ਦਸੰਬਰ 1946 ਨੂੰ ਸੰਵਿਧਾਨਕ ਅਸੈਂਬਲੀ ਦੇ ਪਹਿਲੇ ਇਜਲਾਸ ਵਿੱਚ ਮਤਾ ਪੇਸ਼ ਕੀਤਾ ਸੀ ਕਿ ਕੁਝ ਕੁ ਡਿਪਾਰਟਮੈਂਟਸ ਨੂੰ ਛੱਡ ਕੇ ਦੇਸ਼ ਦੇ ਸਾਰੇ ਪ੍ਰਾਂਤ, ਜਿਹਨੂੰ ਅਸੀਂ ਅਨੰਦਪੁਰ ਦਾ ਮਤਾ ਅੱਜ ਕਹਿੰਦੇ ਆ, ਆਟੋਨਮੀ ਜਿਹੜੀ ਸਟੇਟ ਮੰਗਦੇ ਨੇ, ਉਹ ਇਹੋ ਹੀ ਸੀ ਜਿਹੜਾ ਆ ਮਤਾ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਦੋਂ 9 ਦਸੰਬਰ 1946 ਨੂੰ ਸੰਵਿਧਾਨ ਦੀ ਅਸੈਂਬਲੀ ਦੇ ਵਿੱਚ ਜਿਹੜਾ ਪੇਸ਼ ਕੀਤਾ ਸੀ ਕਿ ਕੁਝ ਕੁ ਵਿਭਾਗਾਂ ਨੂੰ ਛੱਡ ਕੇ ਦੇਸ਼ ਦੇ ਸਾਰੇ ਪ੍ਰਾਂਤ ਆਪੋ ਆਪਣੇ ਖੇਤਰ ਵਿੱਚ ਮੁਕੰਮਲ ਤੌਰ ਤੇ ਖੁਦ ਮੁਖਤਿਆਰ ਹੋਣਗੇ। ਇਹ ਪਹਿਲਾ ਮਤਾ ਸੀ ਜੋ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਵਿੱਚ ਪੇਸ਼ ਕੀਤਾ ਸੀ। ਇਹਦੀ ਪ੍ਰਧਾਨਗੀ ਬਾਬੂ ਰਜਿੰਦਰ ਪ੍ਰਸਾਦ ਜੀ ਨੇ ਕੀਤੀ ਸੀ। ਇਹ ਮਤਾ ਵਿਸ਼ੇਸ਼ ਇੰਪੋਰਟੈਂਸ ਰੱਖਦਾ ਹੈ ਕਿਉਂਕਿ ਇਸ ਦੇ ਵਿੱਚ ਭਾਰਤ ਦੀਆਂ ਘੱਟ ਗਿਣਤੀਆਂ ਕੌਮਾਂ ਨਾਲ ਕੀਤੇ ਗਏ ਵਾਅਦੇ ਉਹ ਅੰਕਿਤ ਹਨ ਜਿਨ੍ਹਾਂ ਦੁਆਰਾ ਉਹਨਾਂ ਦੇ ਵਿਸ਼ੇਸ਼ ਹਿੱਤਾਂ ਦੀ ਰਾਖੀ ਸੰਵਿਧਾਨ ਨੇ ਕਰਨੀ ਸੀ ਤਾਂ ਸੰਵਿਧਾਨਕ ਹੱਕਾਂ ਦੀ ਰਾਖੀ ਦਾ ਭਰੋਸਾ ਜਿਹੜਾ ਸੀ ਉਹ ਦਵਾਇਆ ਗਿਆ ਸੀ। ਹੋਰ ਗੱਲਾਂ ਤੋਂ ਇਲਾਵਾ ਇਸ ਮਤੇ 'ਚ ਗੱਲ ਹੋਰ ਵੀ ਕਹੀ ਗਈ ਸੀ ਕਿ ਭਾਰਤ ਦੀ ਘੱਟ ਗਿਣਤੀ ਦੇ ਹਿੱਤਾਂ ਦੀ ਰਾਖੀ ਹਿੱਤ ਮੁਲਕ ਦੇ ਸੰਵਿਧਾਨ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਇਹ ਇੱਕ ਐਲਾਨ ਹੀ ਜਾਂ ਇਕਰਾਰ ਹੀ ਨਹੀਂ ਸਗੋਂ ਸਾਰੀ ਦੁਨੀਆ ਦੇ ਰੂਬਰੂ ਇੱਕ ਪਵਿੱਤਰ ਸੁਗੰਧ ਹੈ ਜਿਸ ਦੀ ਪਾਲਣਾ ਕਰਨਾ ਸਾਡਾ ਪਰਮ ਧਰਮ ਹੈ। ਜੋ ਲੋਕ ਦੂਜੀਆਂ ਕੌਮਾਂ ਦੇ ਮੁਕਾਬਲੇ ਆਪਣੇ ਕਥਿਤ ਉਚੇਚੇ ਤੇ ਵਧੇਰੇ ਸੱਚੇ ਕਿਰਦਾਰ ਦੀਆਂ ਡੀਂਗਾਂ ਮਾਰਦੇ ਥੱਕਦੇ ਨਹੀਂ, ਉਹਨਾਂ ਵੱਲੋਂ ਸਿੱਖ ਕੌਮ ਨਾਲ ਕੀਤੇ ਗਏ ਵਿਸ਼ਵਾਸਘਾਤ ਨੂੰ ਜੇ ਸਹੀ ਰੂਪ ਵਿੱਚ ਅਸੀਂ ਦੇਖਣਾ ਹੈ ਤਾਂ ਫਿਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਦੀ ਘੱਟ ਗਿਣਤੀਆਂ ਵਿਸ਼ੇਸ਼ ਕਰਕੇ ਸਿੱਖ ਕੌਮ ਨੂੰ ਸਾਰੀ ਦੁਨੀਆ ਦੇ ਸਾਹਮਣੇ ਦਿੱਤੇ ਗਏ ਇਹਨਾਂ ਬਚਨਾਂ ਨੂੰ, ਅਜਿਹੇ ਇਕਰਾਰਾਂ ਨੂੰ ਫਿਰ ਦੇਖ ਕੇ ਜਾਂ ਮਿਲਾ ਕੇ ਪੜ੍ਹਨ ਦੀ ਲੋੜ ਹੈ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਇਹ ਕਿੰਨੇ ਬੋਲ ਸਾਡੇ ਨਾਲ ਕੀਤੇ ਗਏ ਤੇ ਕਿੰਨੇ ਕੁ ਇਕਰਾਰ ਸਾਡੇ ਨਾਲ ਹੋਏ ਤੇ ਕਿੰਨੇ ਕੁ ਉਹਨਾਂ ਦੇ ਉੱਤੇ ਫੁੱਲ ਚੜਾਏ ਗਏ। ਤੋ ਇਹ ਇੱਕ ਸਿੱਖ ਕੌਮ ਦੀ ਇੱਕ ਜਿਹੜੀ ਅੱਜ ਦੀ ਹਾਲਤ ਹੈ, ਮੂਲ ਕਾਰਨ ਉਹਦਾ ਉਹ ਵਿਸ਼ਵਾਸਘਾਤ ਹੈ ਜਿਹੜਾ ਧੋਖਾ ਸੁਗੰਧਾਂ ਤੇ ਬਚਨਾਂ ਦਾ ਉੱਤੇ ਕਰਕੇ ਉਹ ਸਾਡੇ ਨਾਲ ਕੀਤਾ ਗਿਆ। ਇਹਦਾ ਜ਼ਿਕਰ ਸਰਦਾਰ ਕਪੂਰ ਸਿੰਘ ਜੀ ਨੇ ਭਾਰਤ ਦੀ ਪਾਰਲੀਮੈਂਟ ਵਿੱਚ ਕੀਤਾ ਸੀ। ਉਹਦਾ ਮੈਂ ਗੱਲ ਜ਼ਰੂਰ ਆਪ ਜੀ ਨਾਲ ਕਰਨੀ ਚਾਹੁੰਦਾ ਹਾਂ। ਜੋ ਲੋਕ ਰੱਬ ਦੇ ਭਉ ਅਤੇ ਗੁਰੂ ਦੇ ਭੈ ਤੋਂ ਆਜ਼ਾਦ ਹੋ ਕੇ ਝੂਠੀਆਂ ਸਹੁੰਆਂ ਤੇ ਸੁਗੰਧਾਂ ਰਾਜਸੀ ਪੱਧਰ ਉੱਤੇ ਚੁੱਕਦੇ ਹਨ, ਜਿਨ੍ਹਾਂ ਦੇ ਮਨ ਵਿੱਚ ਸ਼ਰਮ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ, ਜਿਨ੍ਹਾਂ ਦੀ ਆਤਮਾ ਵਿੱਚ ਧਰਮ ਦਾ ਅਭਾਵ ਹੋ ਚੁੱਕਾ ਹੈ, ਜਿਨ੍ਹਾਂ ਨੂੰ ਕੋਈ ਉਹਨਾਂ ਪਾਪਾਂ ਦਾ ਦੰਡ ਦੇਣ ਵਾਲਾ ਨਜ਼ਰ ਨਹੀਂ ਆਉਂਦਾ, ਉਹਨਾਂ ਵੱਲੋਂ ਵਿਸ਼ਵਾਸਘਾਤ ਦਾ ਸ਼ਿਕਾਰ ਹੋਏ ਸਿਵਾਏ ਅਕਾਲ ਪੁਰਖ ਦੇ ਦਰਬਾਰ ਵਿੱਚ ਅਰਦਾਸ ਕਰਨ ਤੋਂ ਹੋਰ ਕਰ ਵੀ ਕੀ ਸਕਦੇ ਹਨ। ਇਸ ਲਈ ਸਿੱਖ ਇਸ ਸਮੇਂ ਅਕਾਲ ਪੁਰਖ ਕੋਲ ਆਪਣੀ ਦੁੱਖ ਤਕਲੀਫਾਂ ਦੀ ਨਿਵਰਤੀ ਲਈ ਹੀ ਅਰਦਾਸ ਕਰ ਸਕਦੇ ਹਨ ਕਿਉਂਕਿ ਤੁਸੀਂ ਤਾਂ ਆਪਣੇ ਕੀਤੇ ਹੋਏ ਵਾਅਦਿਆਂ ਤੋਂ 100% ਹੀ ਮੁੱਕਰ ਗਏ ਹੋ। ਜੁਲਾਈ 1947 ਦੇ ਵਿੱਚ ਅਜੇ ਅਣਵੰਡੇ ਪੰਜਾਬ ਦੀ ਲੈਜਿਸਲੇਟਿਵ ਅਸੈਂਬਲੀ ਤੇ ਹਿੰਦੂ ਤੇ ਸਿੱਖ ਮੈਂਬਰਾਂ ਦੀ ਇੱਕ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਸਰਬਸੰਮਤੀ ਦੇ ਨਾਲ ਪਾਸ ਕੀਤੇ ਗਏ ਮਤੇ ਦਾ ਜ਼ਿਕਰ ਵੀ ਜਿਹੜਾ ਬੜਾ ਜ਼ਰੂਰੀ ਹੈ। ਉਹਦੇ ਚ ਲਿਖਿਆ ਗਿਆ, ਹਿੰਦੁਸਤਾਨ ਦੀ ਵੰਡ ਪਿੱਛੋਂ ਪੰਜਾਬ ਦਾ ਜੋ ਭਾਗ ਭਾਰਤ ਵਿੱਚ ਰਹਿ ਜਾਵੇਗਾ ਉਸ ਵਿੱਚ ਅਤ ਜ਼ਰੂਰੀ ਹੈ ਕਿ ਸਿੱਖਾਂ ਦੇ ਵਿਸ਼ੇਸ਼ ਰਾਜਸੀ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਦੇ ਪ੍ਰਬੰਧ ਕੀਤੇ ਜਾਣ। ਇਹ ਗੱਲ ਵੀ ਉਹਦੇ ਚ ਮੀਟਿੰਗ ਚ ਕੀਤੀ ਗਈ। ਇੱਥੇ ਇਹਦੀ ਰੋਸ਼ਨੀ ਚ ਆਪਾਂ ਜੇ ਦੇਖਦੇ ਹਾਂ ਕਿ ਜਿਨ੍ਹਾਂ ਹਿੰਦੂ ਮੈਂਬਰਾਂ ਨੇ ਉਹ ਮਤਾ ਪਾਸ ਕਰਾਉਣ ਵੇਲੇ ਸਿੱਖ ਮੈਂਬਰਾਂ ਦਾ ਸਾਥ ਦਿੱਤਾ ਸੀ,
ਉਹ ਥੋੜੇ ਸਮੇਂ ਤੋਂ ਬਾਅਦ ਹੀ ਆਜ਼ਾਦੀ ਮਿਲਣ ਤੋਂ ਬਾਅਦ ਸਿੱਖ ਕੌਮ ਨੂੰ ਕੋਈ ਰਿਆਤ ਦੇਣੀ ਤਾਂ ਇੱਕ ਪਾਸੇ ਰਹੀ, ਉਹਨਾਂ ਨੂੰ ਜਾਇਜ਼ ਹੱਕਾਂ ਤੋਂ ਵੀ ਦੂਰ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਇਸ ਬਾਰੇ ਸ਼ੱਕ ਸ਼ੁਭ ਦੀ ਰਤਾ ਜਿੰਨੀ ਵੀ ਕੋਈ ਗੁੰਜਾਇਸ਼ ਬਾਕੀ ਨਹੀਂ ਰਹਿਣੀ ਚਾਹੀਦੀ ਸਾਨੂੰ ਕਿ ਕੇਵਲ ਉਸ ਵੇਲੇ ਦੇ ਆਗੂ ਸਿੱਖ ਕੌਮ ਨੂੰ ਮੂਰਖ ਬਣਾ ਰਹੇ ਸਨ। ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਉਸ ਵੇਲੇ ਦੀ ਤਾੜਵੇਂ ਸਨ ਜਦੋਂ ਉਸ ਕੌਮ ਨੂੰ ਇਸ ਤਰ੍ਹਾਂ ਆਪਣਾ ਠੂਠਾ ਦਿਖਾ ਸਕਣ, ਜੋ ਦਿਖਾਇਆ ਗਿਆ, ਜੋ ਬਾਅਦ ਵਿੱਚ ਦਿਖਾਇਆ ਗਿਆ, ਜਿਹਦਾ ਜ਼ਿਕਰ ਅਸੀਂ ਅੱਗੋਂ ਕਰਦੇ ਰਹਾਂਗੇ। ਇਸ ਦੇ ਉਲਟ ਜੇ ਅਸੀਂ ਗੱਲ ਕਰੀਏ, ਸਿੱਖ ਕੌਮ ਨੇ ਨਾ ਕਿਸੇ ਦਾ ਕਦੀ ਧੋਖਾ ਕੀਤਾ ਤੇ ਨਾ ਹੀ ਕਿਸੇ ਨਾਲ ਉਹਨਾਂ ਨੇ ਕਦੀ ਧਰੋ ਕਮਾਇਆ। ਇਹ ਉਹਨਾਂ ਝੂਠੀਆਂ ਸੁਗੰਧਾਂ ਦੇ ਇੱਕ ਜਾਲ ਵਿੱਚ ਸਿੱਖ ਕੌਮ ਫਸ ਚੁੱਕੀ ਸੀ। ਉਹ ਹੋਰ ਕਿਸੇ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਸੀ। ਬਹੁਤ ਸਾਰੇ ਸੂਝਵਾਨ ਅੱਜ ਅਸੀਂ ਗੱਲ ਕਰਦੇ ਹਾਂ, ਸਿੱਖ ਇਸ ਨਤੀਜੇ ਤੇ ਪਹੁੰਚ ਗਏ ਹਨ ਕਿ ਉਸ ਮਹੱਤਵਪੂਰਨ ਸਮੇਂ ਦੇ ਉੱਤੇ ਜਦੋਂ ਹਿੰਦੂ, ਮੁਸਲਮਾਨ ਤੇ ਸਿੱਖ ਕੌਮਾਂ ਦੀਆਂ ਤਕਦੀਰਾਂ ਦੇ ਫੈਸਲੇ ਜਿਹੜੇ ਹੋ ਰਹੇ ਸਨ, ਉਸ ਸਮੇਂ ਸਿੱਖ ਕੌਮ ਦੇ ਨੁਮਾਇੰਦਿਆਂ ਨੇ ਇੱਥੋਂ ਦੇ ਬਹੁ ਗਿਣਤੀ ਹਿੰਦੂ ਲੀਡਰਾਂ ਦੇ ਪਿੱਛੇ ਲੱਗ ਕੇ ਆਪਣੀ ਸਮੁੱਚੀ ਕੌਮ ਦੀ ਕਿਸਮਤ ਨੂੰ ਉਹਨਾਂ ਦੇ ਰਹਿਮੋ ਕਰਮ ਦੇ ਉੱਤੇ ਛੱਡ ਕੇ ਰਾਜਨੀਤਿਕ ਸੂਝ ਦਾ ਪ੍ਰਗਟਾਵਾ ਨਹੀਂ ਕੀਤਾ, ਸੂਝ-ਬੂਝ ਦਾ ਪ੍ਰਗਟਾਵਾ ਨਹੀਂ ਕੀਤਾ, ਕਿਉਂਕਿ ਇਹ ਕੌਲ ਇਕਰਾਰ ਕੇਵਲ ਡੰਗ ਟਪਾਊ ਜੇ ਸਨ ਤੇ ਦੂਜੇ ਪਾਸੇ ਇਹ ਨਿਰਾ ਫਰਾਡ ਹੀ ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਬਾਅਦ ਵਿੱਚ ਬਿਲਕੁਲ ਝੂਠੇ ਹੀ ਸਾਬਤ ਹੋਏ। 12 ਮਈ 1947 ਲਾਰਡ ਮਾਊਂਟਬੈਟਨ, ਪੰਡਿਤ ਜਵਾਹਰ ਲਾਲ ਨਹਿਰੂ, ਨਵਾਬ ਲਿਆਕਤ ਅਲੀ ਖਾਨ ਤੇ ਬਲਦੇਵ ਸਿੰਘ ਬਰਤਾਨਵੀ ਸਰਕਾਰ ਦੇ ਸੱਦੇ ਤੇ ਹਵਾਈ ਜਹਾਜ਼ ਲੱਡਣਗੇ। ਹਿੰਦੁਸਤਾਨ ਫਿਰਕੂ ਮਸਲੇ ਦੇ ਹੱਲ ਲਈ ਆਖਰੀ ਯਤਨ ਉੱਥੇ ਕੀਤੇ ਜਾਣੇ ਸਨ। ਜਦੋਂ ਮੁਸਲਿਮ ਲੀਗ ਤੇ ਕਾਂਗਰਸ ਵਿਚਕਾਰ ਕੋਈ ਸਮਝੌਤਾ ਨਾ ਹੋ ਸਕਿਆ, ਪੰਡਿਤ ਨਹਿਰੂ ਨੇ ਵਾਪਸ ਵਰਤਣ ਦਾ ਫੈਸਲਾ ਕਰ ਲਿਆ ਤਾਂ ਬਰਤਾਨਵੀ ਸਰਕਾਰ ਦੇ ਇੱਕ ਪ੍ਰਮੁੱਖ ਅਧਿਕਾਰੀ ਨੇ ਸਰਦਾਰ ਬਲਦੇਵ ਸਿੰਘ ਨੂੰ ਸੁਨੇਹਾ ਭੇਜਿਆ ਕਿ ਜੋ ਇੱਕ ਦੋ ਦਿਨ ਹੋਰ ਰੁਕ ਜਾਣ ਤਾਂ ਅਜਿਹੇ ਪ੍ਰਬੰਧ ਕੀਤੇ ਜਾ ਸਕਦੇ ਹਨ ਜਿਨ੍ਹਾਂ ਦੁਆਰਾ ਸਿੱਖ ਆਪਣੇ ਪੈਰਾਂ ਤੇ ਖੜੇ ਹੋ ਕੇ ਸੰਸਾਰ ਦੀ ਤਵਾਰੀਖ ਵਿੱਚ ਇੱਜ਼ਤ ਮਾਨ ਨਾਲ ਸ਼ਰੀਕ ਹੋਣਗੇ। ਇਹ ਸ਼ਬਦ ਮੈਂ ਬਿਲਕੁਲ ਉਹੀ ਪੜ੍ਹ ਰਿਹਾ ਹਾਂ ਜੋ ਲਿਖੇ ਹੋਏ ਹਨ। ਮੈਂ ਆਪਣੇ ਕੋਲੋਂ ਦੀ ਸ਼ਬਦਾਵਲੀ ਚੇਂਜ ਨਹੀਂ ਕਰ ਸਕਦਾ, ਨਾ ਹੀ ਬਦਲ ਸਕਦਾ ਹਾਂ। ਤਾਂ ਲਿਖੇ ਹੋਏ ਸ਼ਬਦ ਹੀ ਮੈਂ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ। ਤਾਂ ਸਰ ਬਲਦੇਵ ਸਿੰਘ ਨੇ ਇਹ ਭੇਦ ਭਰੀ ਗੱਲ ਜਿਹੜੀ ਸੀ ਝੱਟ ਉਸੇ ਵੇਲੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਦੱਸ ਦਿੱਤੀ ਤੇ ਉੱਥੇ ਰੁਕ ਜਾਣ ਤੇ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਵਿਦਾਇਗੀ ਵੇਲੇ ਸਰਦਾਰ ਬਲਦੇਵ ਸਿੰਘ ਜੀ ਨੇ ਅਖਬਾਰੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਇਹ ਗੱਲ ਕਹੀ ਕਿ ਸਿੱਖ ਅੰਗਰੇਜ਼ਾਂ ਕੋਲੋਂ ਕੁਝ ਨਾ ਮੰਗਦੇ ਤੇ ਨਾ ਕੁਝ ਲੋਚਦੇ ਹਨ, ਸਿਵਾਏ ਇਸ ਗੱਲ ਦੇ ਕਿ ਅੰਗਰੇਜ਼ ਹਿੰਦੁਸਤਾਨ ਤੋਂ ਚਲੇ ਜਾਣ। ਸਿੱਖਾਂ ਨੇ ਜੋ ਕੁਝ ਵੀ ਰਾਜਸੀ ਅਧਿਕਾਰ ਲੈਣੇ ਹਨ ਉਹ ਕਾਂਗਰਸ ਤੇ ਬਹੁ ਗਿਣਤੀ ਦੀ ਕਿਰਪਾਲਤਾ ਤੋਂ ਹੀ ਪ੍ਰਾਪਤ ਕਰ ਲੈਣਗੇ। ਉਸ ਸਮੇਂ ਸਰਦਾਰ ਬਲਦੇਵ ਸਿੰਘ ਜੀ ਇਹੋ ਜਿਹੇ ਖੁੱਬੇ ਸ਼ਬਦ ਜਿਹੜੇ ਮਾਰ ਕੇ ਬੜੇ ਖੁਸ਼ ਹੋਏ, ਪਰ ਉਹਨਾਂ ਦਾ ਖਮਿਆਜਾ ਅੱਜ ਜੋ ਸਮੁੱਚੀ ਕੌਮ ਨੂੰ ਭੁਗਤਣਾ ਪੈ ਰਿਹਾ ਹੈ, ਉਹ ਕੌਮ ਅੱਜ ਲੰਗੜਾ ਰਹੀ ਹੈ। ਕਹਿੰਦੇ ਹਨ ਕਿ ਬਲਦੇਵ ਸਿੰਘ ਜਦੋਂ ਆਖਰੀ ਦਮ ਤੇ ਸਨ, ਉਹਨਾਂ ਨੇ ਅਜਿਹੇ ਮੌਕਿਆਂ ਨੂੰ ਯਾਦ ਕਰਕੇ ਰੋਂਦੇ ਵੀ ਰਹੇ ਤੇ ਤੜਫਦੇ ਵੀ ਰਹੇ ਤੇ ਆਪਣੇ ਆਪ ਨੂੰ ਕੋਸਦੇ ਵੀ ਰਹੇ। ਇੱਕ ਵਾਰੀ ਨਹੀਂ, 3 ਵਾਰੀ ਉਹਨਾਂ ਨੇ ਆਪਣੀ ਮਹਾਨ ਕੌਮ ਨੂੰ ਆਪਣੀ ਕਿਸਮਤ ਆਪ ਲਿਖਣ ਵਾਲੇ ਅਜਿਹੇ ਮਹਾਨ ਮੌਕਿਆਂ ਤੋਂ ਵੰਚਿਤ ਰੱਖਿਆ ਜਾਂ ਦੂਰ ਰੱਖਿਆ। ਅਜਿਹੀ ਹਾਲਤ ਮਾਸਟਰ ਤਾਰਾ ਸਿੰਘ ਜੀ ਦੀ ਵੀ ਹੋਈ, ਜਿਨ੍ਹਾਂ ਨੇ ਵੀ ਇਸ ਸਦੀ ਦੇ ਤੀਜੇ ਦਹਾਕੇ ਵਿੱਚ, ਜਿਹੜੀ 20ਵੀਂ ਸਦੀ ਦਾ ਤੀਜਾ ਦਹਾਕਾ ਸੀ, ਉਹਦੇ ਵਿੱਚ ਕਈ ਪੇਸ਼ਕਸ਼ਾਂ ਜਿਹੜੀਆਂ ਸੀ ਹੋਈਆਂ, ਠੁਕਰਾ ਦਿੱਤੀਆਂ। 1932 ਦੇ ਵਿੱਚ ਜਿਹੜੀ ਗੋਲਮੇਜ ਕਾਨਫਰੰਸ ਲਾਹੌਰ ਵਿੱਚ ਹੋਈ, ਜਿਹਦੇ ਵਿੱਚ ਇਹ ਗੱਲ ਕਿਹਾ ਗਿਆ ਸੀ ਕਿ ਜੇ ਉਹ ਆਪਣੇ ਆਪ ਨੂੰ ਕਾਂਗਰਸ ਨਾਲੋਂ ਤੋੜ ਲੈਣ ਤਾਂ ਅੰਗਰੇਜ਼ ਸਿੱਖਾਂ ਨੂੰ ਪੰਜਾਬ ਤੇ ਹਿੰਦੁਸਤਾਨ ਵਿੱਚ ਇਤਨਾ ਰਾਜਨੀਤਿਕ ਬਲ ਦੇ ਦੇਣਗੇ ਜਿਸ ਦੁਆਰਾ ਸਿੱਖ ਹਿੰਦੁਸਤਾਨ ਤੇ ਅੰਗਰੇਜ਼ਾਂ ਵੱਲੋਂ ਆਜ਼ਾਦੀ ਦੇਣ ਸਮੇਂ ਰਾਜ ਸੱਤਾ ਵੀ ਤੀਜੇ ਭਾਈਵਾਲ ਬਣ ਸਕਦੇ ਹਨ। ਇਸ ਸੰਬੰਧ ਵਿੱਚ ਥੋੜਾ ਜਿਹਾ ਟਾਈਮ ਮੈਂ ਆਪ ਜੀ ਦਾ ਹੋਰ ਲਵਾਂਗਾ। 1942 ਦੀਆਂ ਘਟਨਾਵਾਂ ਨੂੰ ਯਾਦ ਕਰਨਾ ਬੜਾ ਜ਼ਰੂਰੀ ਹੈ। ਮਿਸਟਰ ਜਿਨਾਹ ਨੇ ਬਰਤਾਨਵੀ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਕੇ ਪਹਿਲਾਂ ਮਾਸਟਰ ਤਾਰਾ ਸਿੰਘ ਤੇ ਫਿਰ ਮਹਾਰਾਜਾ ਪਟਿਆਲੇ ਦੇ ਰਾਹੀਂ ਸਿੱਖਾਂ ਨੂੰ ਪਾਣੀਪਤ ਤੋਂ ਲੈ ਕੇ ਰਾਵੀ ਦਰਿਆ ਤੱਕ ਦੇ ਕੰਢੇ ਤੱਕ ਦੇ ਇਲਾਕੇ ਵਿੱਚ ਇੱਕ ਐਸੇ ਸੁਤੰਤਰ ਸਿੱਖ ਰਾਜ ਦੀ ਪੇਸ਼ਕਸ਼ ਕੀਤੀ ਜੋ ਪਾਕਿਸਤਾਨ ਨਾਲ ਹੇਠ ਲਿਖੀਆਂ ਸ਼ਰਤਾਂ ਤੇ
ਜਿਹੜੀਆਂ ਹੇਠਾਂ ਸ਼ਰਤਾਂ ਮੈਂ ਪੜ੍ਹਨੀਆਂ ਨੇ, ਇਸ ਕਰਕੇ ਮੈਂ ਲਫ਼ਜ਼ ਹੇਠ ਲਿਖਿਆ ਹੀ ਵਰਤ ਰਿਹਾ, ਉਹਦੇ ਲਈ ਰਜ਼ਾਮੰਦ ਕਰਨਾ ਹੋਣਾ ਪਏਗਾ। ਪਹਿਲੀ ਸੀ ਸਿੱਖ ਇਸ ਇਲਾਕੇ ਵਿੱਚ ਪੂਰੇ ਤੌਰ ਤੇ ਖੁਦ ਮੁਖਤਿਆਰ ਹੋਣਗੇ। ਦੂਜੀ, ਪੰਜਾਬ ਵਿੱਚ 33% ਤੇ ਹੋਰ ਇਲਾਕਿਆਂ ਵਿੱਚ 20% ਸੀਟ ਸਿੱਖਾਂ ਲਈ ਰਾਖਵੀਆਂ ਰਹਿਣਗੀਆਂ ਅਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਵਿੱਚ ਇਹ ਤਨਾਸਬ ਕਾਇਮ ਕੀਤਾ ਜਾਏਗਾ। ਪੰਜਾਬ ਦਾ ਗਵਰਨਰ ਜਾਂ ਮੁੱਖ ਮੰਤਰੀ ਹਮੇਸ਼ਾ ਇੱਕ ਸਿੱਖ ਹੀ ਹੋਵੇਗਾ। ਫੌਜ ਵਿੱਚ ਸਿੱਖਾਂ ਦੀ 40% ਦੀ ਭਰਤੀ ਰਾਖਵੀਂ ਹੋਵੇਗੀ ਅਤੇ ਫੌਜੀ ਹਾਈਕਮਾਨ ਵਿੱਚ ਵੀ ਇਹ ਅਨੁਪਾਤ ਜਿਹੜਾ ਹੈ ਉਹ ਰੱਖਿਆ ਜਾਏਗਾ। ਕੋਈ ਵੀ ਐਸੀਆਂ ਵਿਧਾਨਕ ਜਾਂ ਕਾਨੂੰਨੀ ਤਬਦੀਲੀਆਂ ਕਦੇ ਅਮਲ ਵਿੱਚ ਨਹੀਂ ਲਿਆਂਦੀਆਂ ਜਾਣਗੀਆਂ ਜੋ ਸਿੱਖਾਂ ਦੀ ਬਹੁ ਗਿਣਤੀ ਨੂੰ ਵਿਤਕਰੇ ਕਾਰਨ ਪ੍ਰਵਾਨ ਨਾ ਹੋ। ਮਿਸਟਰ ਜਨਾਹ ਨੇ ਬੜੇ ਨਿੱਘਰ ਕਾਰਨਾਂ ਕਾਰਨ ਸਿੱਖਾਂ ਨੂੰ ਅਜਿਹੀ ਪੇਸ਼ਕਸ਼ ਕੀਤੀ ਸੀ, ਕਿਉਂਕਿ ਤਰਾਸ ਪੰਜਾਬ ਤੋਂ ਇਲਾਵਾ ਬੰਗਾਲ ਦਾ ਬਟਵਾਰਾ ਵੀ ਨਹੀਂ ਸੀ ਹੋਣਾ। ਮਿਸਟਰ ਜਨਾਹ ਨੂੰ ਯਕੀਨ ਸੀ ਕਿ ਪੰਜਾਬ ਦਾ ਬਟਵਾਰਾ ਜਿੱਥੇ ਸਿੱਖ ਕੌਮ ਦੀ ਰੀੜ੍ਹ ਦੀ ਹੱਡੀ ਤੋੜ ਦੇਵੇਗਾ, ਉੱਥੇ ਉਹ ਪਾਕਿਸਤਾਨ ਲਈ ਵੀ ਬਹੁਤ ਹਾਨੀਕਾਰਕ ਹੋਵੇਗਾ। ਸਿੱਖ ਆਗੂਆਂ ਨੇ ਇਹ ਪੇਸ਼ਕਸ਼ ਨੂੰ ਬਿਨਾਂ ਕੋਈ ਵਜ੍ਹਾ ਦੱਸੇ ਠੁਕਰਾ ਦਿੱਤਾ ਤੇ ਬਾਅਦ ਵਿੱਚ ਮਹਾਰਾਜਾ ਪਟਿਆਲਾ ਨੇ ਵੀ ਪੰਡਿਤ ਨਹਿਰੂ ਤੇ ਸਰਦਾਰ ਪਟੇਲ ਦੇ ਆਖੇ ਲੱਗ ਕੇ ਇਸ ਤਜਵੀਜ਼ ਨੂੰ ਅਪਰਵਾਨ ਕਰ ਦਿੱਤਾ, ਨਾ ਮਨਜ਼ੂਰ ਕਰ ਦਿੱਤਾ। ਤੋ ਇਹਨਾਂ ਜਿਹੜੇ ਆਪਾਂ ਵਿਚਾਰ ਕੀਤੇ ਹੈ, ਇਹਨਾਂ ਦੀ ਰੋਸ਼ਨੀ ਚ ਆਪਾਂ ਜੇ ਦੇਖਦੇ ਹਾਂ ਕਿ ਸਾਨੂੰ ਕੋਈ ਭੁਲੇਖਾ ਬਾਕੀ ਨਹੀਂ ਰਹਿ ਜਾਂਦਾ। ਉਸ ਸਮੇਂ ਕੌਮ ਦੇ ਵਿਸ਼ੇਸ਼ ਕਰਕੇ ਆਪਾਂ ਕਹੀਏ ਸਿੱਖ ਆਗੂ ਮੁਕੰਮਲ ਤੌਰ ਤੇ ਭਾਰਤ ਦੀ ਬਹੁ ਗਿਣਤੀ ਦੇ ਅਸਰ ਰਸੂਖ ਦੇ ਜਾਲ ਚ ਫਸ ਚੁੱਕੇ ਸਨ ਤੇ ਇਹ ਆਗੂ ਸਿੱਖ ਆਗੂਆਂ ਨੂੰ ਆਪਣਾ ਹੱਥ ਚੁੱਕਾ ਬਣਾ ਕੇ ਆਪਣੇ ਹਿੱਤਾਂ ਲਈ ਵਰਤ ਰਹੇ ਸਨ। ਮਿਸਟਰ ਜਨਾਹ ਨੇ ਉਸ ਵੇਲੇ ਦੇ ਸਿੱਖ ਲੀਡਰਾਂ ਦੀ ਮਾਨਸਿਕ ਬਿਰਤੀ ਦਾ ਜ਼ਿਕਰ ਬੜੇ ਹੀ ਢੁਕਵੇਂ ਸ਼ਬਦਾਂ ਵਿੱਚ ਕੀਤਾ ਹੈ। ਇੱਕ ਲੈਕਚਰ ਜੋ ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਕੀਤਾ, ਕਹਿੰਦੇ ਭਾਰਤ ਵਿੱਚ ਮੁਸਲਮਾਨਾਂ ਦੀ ਰਾਜਸੀ ਦਸ਼ਾ ਦੇ ਵਿਸ਼ੇ ਦੇ ਉੱਤੇ ਉਹਨਾਂ ਨੇ ਇੱਕ ਲੈਕਚਰ ਕੀਤਾ ਸੀ, ਜਿਨ੍ਹਾਂ ਦੇ ਭੰਬਲ ਭੂਸਿਆਂ ਵਿੱਚ ਉਸ ਵੇਲੇ ਫਸੇ ਹੋਏ ਸਿੱਖਾਂ ਦਾ ਜ਼ਿਕਰ ਕੀਤਾ। ਉਹਨਾਂ ਦਾ ਜ਼ਿਕਰ ਮਿਸਟਰ ਜਨਾਹ ਨੇ ਜਦੋਂ ਕੀਤਾ, ਲਿਖਦਾ ਹੈ ਉਹਦੇ ਚ ਜੋ ਬੋਲਿਆ ਕਿ ਸਿੱਖਾਂ ਦਾ ਸਮਕਾਲੀ ਰਵੱਈਆ ਤਰਕ ਸ਼ਾਸਤਰ ਜਾਂ ਇਨਸਾਫ ਦੇ ਕਿਸੇ ਵੀ ਆਧਾਰ ਤੇ ਪੂਰਾ ਨਹੀਂ ਉਤਰਦਾ। ਇੱਕ ਪਾਸੇ ਦਾ ਵੱਖਰੀ ਕੌਮ ਹੋਣ ਦਾ ਦਾਅਵਾ ਕਰਦੇ ਹਨ ਤੇ ਦੂਜੇ ਪਾਸੇ ਹਿੰਦੂਆਂ ਦੇ ਪਿੱਛੇ ਲੱਗ ਕੇ ਮੁਸਲਮਾਨਾਂ ਨੂੰ ਖਤਮ ਕਰਨਾ ਚਾਹੁੰਦੇ ਹਨ। ਬਾਰੇ ਜਾਈਏ ਇਹਨਾਂ ਸਿੱਖ ਲੀਡਰਾਂ ਤੋਂ। ਉਸ ਸਮੇਂ ਸਰਦਾਰ ਕਪੂਰ ਸਿੰਘ ਜੀ ਉੱਥੇ ਮੌਜੂਦ ਸਨ। ਮਿਸਟਰ ਜਨਾਹ ਦੀ ਸਿੱਖ ਲੀਡਰਾਂ ਤੇ ਕੀਤੀ ਗਈ ਟਿੱਪਣੀ ਤੋਂ ਨਾਰਾਜ਼ ਹੋ ਕੇ ਹਾਲ ਤੋਂ ਉੱਠ ਕੇ ਬਾਹਰ ਆ ਗਏ। ਪਰ ਜਦੋਂ ਮਿਸਟਰ ਜਨਾਹ ਨੇ ਉਸ ਨੂੰ ਹੋਟਲ ਚ ਮਿਲੇ, ਉੱਥੇ ਠਹਿਰੇ ਹੋਏ ਸਨ, ਤਾਂ ਮੁਸਲਮਾਨ ਨੇਤਾ ਨੇ ਬੜੇ ਪਿਆਰ ਦੇ ਨਾਲ, ਕਿਉਂਕਿ ਜਵਾਨੀ ਦਾ ਖੂਨ ਸੀ ਉਸ ਵੇਲੇ ਸਰਦਾਰ ਕਪੂਰ ਸਿੰਘ ਜੀ ਦਾ, ਜਿਨ੍ਹਾਂ ਨੇ ਸਾਚੀ ਸਾਖੀ ਲਿਖੀ ਹੈ, ਉਹਨੂੰ ਬਕੂਲ ਬਿਠਾ ਕੇ ਕਹਿਣ ਲੱਗੇ, ਨੌਜਵਾਨਾਂ, ਜਜ਼ਬਾਤ ਦੀ ਰੋਲ ਵਿੱਚ ਬਹਿ ਜਾਣ ਨੂੰ ਰਾਜਨੀਤੀ ਨਹੀਂ ਕਹਿੰਦੇ। ਜੋ ਕੁਛ ਮੈਂ ਕਿਹਾ ਹੈ ਉਸ ਤੇ ਠੰਡੇ ਦਿਲ ਨਾਲ ਵਿਚਾਰ ਕਰ। ਜੇ ਤੇਰੇ ਕੋਲੋਂ ਬਣ ਆਉਂਦਾ ਹੈ ਤਾਂ ਕੁਝ ਕਰ, ਵਰਨਾ ਵੱਡਾ ਹੋ ਕੇ ਤੂੰ ਮੇਰੇ ਇਹਨਾਂ ਲਫ਼ਜ਼ਾਂ ਨੂੰ ਜ਼ਰੂਰ ਯਾਦ ਕਰੇਗਾ। ਉਹਨੇ ਤਾਂ ਕੀ ਕਿ ਕਹਿੰਦੇ ਕਪੂਰ ਸਿੰਘ ਤਾਂ ਕੀ, ਸਾਰੀ ਕੌਮ ਹੀ ਉਹਨਾਂ ਲਫ਼ਜ਼ਾਂ ਨੂੰ ਯਾਦ ਕਰਦੀ ਹੈ। ਤੇ ਇਹ ਹਾਲਾਤ ਜਿਹੜੇ ਸਨ ਉਸ ਵੇਲੇ ਸਾਡੇ ਬਣੇ ਹੋਏ। ਤੇ ਮੈਂ ਸਿਰਫ ਹੁਣ ਸੰਖੇਪ ਵਿੱਚ ਆਖਿਰ ਤੇ ਇਹ ਗੱਲ ਕਹਿ ਰਿਹਾ ਹਾਂ, ਜਿਹੜਾ ਇੱਕ ਫੈਸਲਾ ਹੋਣਾ ਸੀ ਉਹਦੇ ਸੀ ਸੁਤੰਤਰਤਾ ਸੰਗਰਾਮ ਦੇ ਦੌਰਾਨ ਭਾਰਤੀ ਉਪ ਮਹਾਦੀਪ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਤੋਂ ਇਲਾਵਾ ਸਿੱਖਾਂ ਨੂੰ ਤੀਜੀ ਕੌਮ ਇਕਾਈ ਮੰਨਿਆ ਜਾਂਦਾ ਸੀ। ਬਰਤਾਨਵੀ ਸਰਕਾਰ ਸਿੱਖ ਕੌਮ ਨੂੰ ਵੀ ਆਪਣੇ ਪੈਰਾਂ ਤੇ ਆਪ ਖੜੇ ਹੋ ਸਕਣ ਲਈ ਹਿੰਦੂਆਂ ਤੇ ਮੁਸਲਮਾਨਾਂ ਦੇ ਮੁਕਾਬਲੇ ਤੇ ਕਿਸੇ ਨਾ ਕਿਸੇ ਸ਼ਕਲ ਵਿੱਚ ਰਾਜ ਸੱਤਾ ਸੌਂਪਣ ਤੇ ਰਜ਼ਾਮੰਦ ਸੀ। ਉਸ ਸਮੇਂ ਸਿੱਖ ਕੌਮ ਦੇ ਸਾਹਮਣੇ ਤਿੰਨ ਰਾਹ ਖੁੱਲੇ ਸਨ: ਸੰਪੂਰਨ ਸਵਰਾਜ ਦਾ, ਹਿੰਦੂਆਂ ਤੇ ਜਾਂ ਮੁਸਲਮਾਨਾਂ ਵਿੱਚੋਂ ਕਿਸੇ ਇੱਕ ਨਾਲ ਜੁੜਨ ਦਾ। ਤੇ ਮਿਸਟਰ ਜਨਾਹ ਵੀ ਸਿੱਖਾਂ ਨੂੰ ਆਪਣੇ ਵੱਲ ਖਿੱਚਣ ਲਈ ਉਨਾ ਹੀ ਜ਼ੋਰ ਲਾ ਰਿਹਾ ਸੀ ਜਿੰਨਾ ਕਿ ਭਾਰਤ ਦੇ ਹਿੰਦੂ ਲੀਡਰ ਲਾ ਰਹੇ ਸਨ। ਉਸ ਸਿੱਖ ਕੌਮ ਨੇ ਸਵੈ ਇੱਛਾ ਨਾਲ ਸੱਭਿਆਚਾਰਕ ਨੇੜਤਾ ਤੋਂ ਇਲਾਵਾ ਉਹਨਾਂ ਵੱਲੋਂ ਦਿੱਤੇ ਗਏ ਪੱਕੇ ਤੌਰ ਤੇ ਕੋਲਾਂ ਇਕਰਾਰਾਂ ਦਾ ਯਕੀਨ ਕਰਕੇ ਆਪਣੀ ਕਿਸਮਤ ਨੂੰ ਭਾਰਤ ਦੇ ਨਾਲ ਜੋੜਨ ਦਾ ਫੈਸਲਾ ਕਰ ਲਿਆ। ਬਰਤਾਨਵੀ ਸਰਕਾਰ ਦੇ ਚਲੇ ਜਾਣ ਤੋਂ ਬਾਅਦ ਸਿੱਖਾਂ ਨੂੰ ਉਹਨਾਂ ਦੀ ਅੰਦਰੀ ਕੌਮੀ ਸੀਅਤ ਤੇ ਆਧਾਰਿਤ ਭਾਰਤ ਦੇ ਵਿਧਾਨਿਕ ਢਾਂਚੇ ਅੰਦਰ ਮੁਕੰਮਲ ਖੁਦ ਮੁਖਤਿਆਰੀ ਹਾਸਲ ਹੋਵੇਗੀ, ਜਿਹੜੇ ਉਹਨਾਂ ਨਾਲ ਵਾਅਦੇ ਕੀਤੇ ਗਏ। ਕੋਈ ਵੀ ਐਸਾ ਵਿਧਾਨ ਨਹੀਂ ਠੋਸਿਆ ਜਾਵੇਗਾ ਜੋ ਉਹਨਾਂ ਨੂੰ ਮਨਜ਼ੂਰ ਨਹੀਂ ਹੋਵੇਗਾ। ਇਹਨਾਂ ਸੰਬੰਧਾਂ ਤੋਂ ਇਲਾਵਾ ਬਰਤਾਨਵੀ ਪਾਰਲੀਮੈਂਟ ਦੇ 1947 ਦੇ ਟ੍ਰਾਂਸਫਰ ਆਫ ਪਾਵਰ ਐਕਟ ਦੇ ਵਿੱਚ ਵੀ ਇੱਕ ਪ੍ਰਕਾਰ ਦਾ
ਇੱਕ ਬੰਨ ਨੂੰ ਜਿਹਾ ਬੰਨਿਆ ਗਿਆ ਸੀ ਕਿ ਭਾਰਤ ਦੇ ਵਿਧਾਨ ਕੇਂਦਰ ਕੋਲ ਡਿਫੈਂਸ, ਵਿਦੇਸ਼ੀ ਮਾਮਲੇ ਤੇ ਡਾਕ, ਧਾਰਤ, ਆਵਾਜਾਈ ਦੇ ਕੇਵਲ 3 ਡਿਪਾਰਟਮੈਂਟ ਹੀ ਰਹਿਣਗੇ। ਸਿੱਖ ਕੌਮ ਨੇ ਇਹਨਾਂ ਕਸਮਾਂ ਕਰਾਰ ਤੇ ਯਕੀਨ ਕਰਕੇ ਆਖਰੀ ਦਮ ਤੱਕ ਉੱਥੋਂ ਦੇ ਭਾਰਤੀ ਦੇ ਆਗੂਆਂ ਦਾ ਜਿਹੜਾ ਸੀ ਉਹ ਸਾਥ ਦਿੱਤਾ, ਆਪਣੀ ਕਿਸਮਤ ਜਿਹੜੀ ਸੀ ਇਹਨਾਂ ਦੇ ਨਾਲ ਜੋੜ ਲਈ, ਜਿਹਦਾ ਖਮਿਆਜਾ ਅੱਜ ਤੱਕ ਸਾਨੂੰ ਭੁਗਤਣਾ ਪੈ ਰਿਹਾ ਹੈ ਤੇ ਜੋ ਅਸੀਂ ਭੁਗਤ ਰਹੇ ਹਾਂ ਤੇ ਅੱਗੋਂ ਵੀ ਅਸੀਂ ਭੁਗਤਦੇ ਰਹਾਂਗੇ। ਤੋਂ ਸਮੇਂ ਦੇ ਦੇਸ਼ ਦੇ ਹਾਕਮੋ, ਦੇਸ਼ ਭਗਤੋ, ਸਿੱਖਾਂ ਦੀ ਗਾਥਾ ਨੂੰ ਪੜ੍ਹੋ, ਵਿਚਾਰੋ। ਇਹਨਾਂ ਨੇ ਤੁਹਾਡੇ ਨਾਲ ਲੱਗ ਕੇ ਦੇਸ਼ ਦੇ ਭਲੇ ਨੂੰ ਮੁੱਖ ਰੱਖ ਕੇ ਬਹੁਤ ਕੁਰਬਾਨੀਆਂ ਕਰਕੇ, ਤੁਹਾਡੇ ਵਾਅਦਿਆਂ ਤੇ ਵਿਸ਼ਵਾਸ ਕਰਕੇ ਤੁਹਾਡੇ ਨਾਲ ਆਪਣੀ ਕਿਸਮਤ ਨੂੰ ਜੋੜਿਆ ਸੀ। ਹੁਣ ਵੀ ਅਜੇ ਇਹਨਾਂ ਵਾਅਦਿਆਂ ਨੂੰ ਪੂਰਾ ਕਰਕੇ ਸਿੱਖਾਂ ਦੇ ਦਿਲਾਂ ਨੂੰ ਕੋਈ ਜਿੱਤਣ ਦੀ ਕੋਸ਼ਿਸ਼ ਕਰੀਏ, ਪਰ ਕਾਸ਼ ਇਹ ਸੁਪਨਾ ਹੀ ਹੈ, ਸੱਚਾਈ ਨਹੀਂ ਹੈ। ਇਹ ਸੁਪਨਾ ਹੀ ਰਹੇਗਾ, ਕਿਉਂਕਿ ਕੌਮਾਂ ਬਹੁ ਗਿਣਤੀ ਦੀਆਂ ਹਮੇਸ਼ਾ ਹੀ ਇਹ ਚਾਲ ਹੁੰਦੀ ਹੈ ਕਿ ਕਿਸੇ ਨੂੰ ਵੀ ਆਜ਼ਾਦੀ ਦਾ ਨਿੱਘ ਨਾ ਮਿਲ ਜਾਏ। ਇਹ 1947 ਤੱਕ ਦਾ ਇਤਿਹਾਸ ਹੈ ਜੋ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ। ਅਗਲੇ ਹਫ਼ਤਿਆਂ ਤੋਂ ਆਪਾਂ 1947 ਤੋਂ ਬਾਅਦ ਦੀਆਂ ਕਹਾਣੀਆਂ ਜਿਹੜੀਆਂ ਹਨ ਸਿੱਖ ਇਤਿਹਾਸ ਦੀਆਂ, ਉਹ ਆਪ ਜੀ ਨਾਲ ਸਾਂਝੀਆਂ ਕਰਾਂਗਾ। ਖਿਮਾਵਾਂ ਚਾਹੁੰਦਾ ਹਾਂ, ਮਾਫੀ ਮੰਗ ਰਿਹਾ ਹਾਂ ਕਿ ਵੀ ਰਾਜਾ ਸਿੰਘ ਨੇ ਅੱਜ 1947 ਤੋਂ ਬਾਅਦ ਦੇ ਇਤਿਹਾਸ ਦੀ ਗੱਲ ਕੀਤੀ ਸੀ, ਪਰ ਕਿਉਂਕਿ ਮੇਰਾ ਇਹ ਵਿਸ਼ਾ ਬਾਕੀ ਰਹਿੰਦਾ ਸੀ ਜਿਹੜਾ ਮੈਂ ਪਿਛਲੇ ਹਫ਼ਤੇ ਆਪ ਜੀ ਨਾਲ ਸਾਂਝਾ ਨਹੀਂ ਸੀ ਕਰ ਸਕਿਆ, ਅੱਜ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਆਪ ਪਾਸੋਂ ਖਿਮਾ ਮੰਗ ਰਿਹਾ ਹਾਂ। ਪਿਆਰ ਸਹਿਤ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਖਾਲਸਾ।